ਕਹੇ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੂ ਸਾਹਣ ਗਣਿਜੈ ਤ੍ਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਅਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਦੁਕਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਸਤਿਗੁਰੂ ਗਰੀਬ ਨਵਾਜ ਦਸਾਂ ਪਾਤਸ਼ਾਹਾਂ ਦੇ ਸਰੂਪ ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਧੰਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਸਜੇ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਸਾਰੇ ਇਕਾਗਰਤਾ ਬਣਾਓ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਿਆਂ ਨੂੰ ਬੇਨਤੀ ਹੈ ਵੀ ਇੱਧਰ ਨੂੰ ਮੂੰਹ ਕਰੋ, ਤਾਂ ਤੁਹਾਡੇ ਨਾਲ ਮੈਂ ਗੱਲ ਕਰਾਂਗਾ, ਤਾਂ ਗੁਰੂ ਸਾਹਿਬ ਵੱਲ ਮੂੰਹ ਕਰਕੇ ਬੈਠੋ। ਦੂਸਰਾ ਫੋਨ ਬੰਦ ਕਰਕੇ ਰੱਖੋ। ਇਹ ਦਿਨ ਚਮਕੌਰ ਸਾਹਿਬ ਦੀ ਜੰਗ, ਵੱਡੇ ਸਾਹਿਬਜ਼ਾਦਿਆਂ ਦੀ, ਸਿੱਖਾਂ ਦੀ ਸ਼ਹੀਦੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਸ੍ਰੀ ਫਤਿਹਗੜ੍ਹ ਸਾਹਿਬ ਔਰ ਅਨੰਦਪੁਰ ਸਾਹਿਬ ਦਾ ਕਿਲ੍ਹਾ ਗੁਰੂ ਸਾਹਿਬ ਵੱਲੋਂ ਜਦੋਂ ਛੱਡਿਆ ਗਿਆ ਹੈ, ਹਰ ਇੱਕ ਥਾਂ 'ਤੇ ਸੰਗਤ ਆਪਣੇ ਘਰਾਂ ਵਿੱਚ, ਗੁਰਦੁਆਰਾ ਸਾਹਿਬਾਨ ਵਿੱਚ ਔਰ ਜੋੜ ਮੇਲਿਆਂ 'ਤੇ ਜਾ ਕੇ ਇਹ ਯਾਦ ਆਏ ਸਾਲ ਆਪਾਂ ਮਨਾਉਂਦੇ ਹਾਂ। ਥੋੜ੍ਹਾ ਜਿਹਾ ਆਪਾਂ ਇਹ ਜ਼ਰੂਰ ਵੇਖਣਾ ਕਿ ਸਾਕੇ ਕਿਉਂ ਹੋਏ, ਇਹਨਾਂ ਦੇ ਹੋਣ ਦਾ ਕੀ ਕਾਰਨ ਸੀ, ਔਰ ਨਾਲ ਨਾਲ ਆਪਾਂ ਇਸ ਵਿਚਾਰ ਵਿੱਚੋਂ ਇਹ ਵੀ ਝਾਤੀ ਪਾਉਣੀ ਹੈ ਕਿ ਆਪਾਂ ਜਿਸ ਕੰਮ ਵਾਸਤੇ ਗੁਰੂ ਸਾਹਿਬ ਨੇ ਇੰਨੀ ਘਾਲਣਾ ਕੀਤੀ ਹੈ, ਉਹਦੇ ਵਿੱਚ ਕਿੰਨਾ ਕੁ ਸਹਿਯੋਗ ਪਾ ਰਹੇ ਹਾਂ। ਗੁਰੂ ਸਾਹਿਬ ਜੀ ਦਾ ਸੁਪਨਾ ਕੀ ਸੀ, ਕਿਉਂ ਇੰਨੀ, ਭਾਵੇਂ ਕਿ ਉਹ ਰੱਬ ਰੂਪ ਸਨ, ਅਸੀਂ ਉਹਨਾਂ ਨੂੰ, ਗੁਰੂ ਸਾਹਿਬ ਨੂੰ, ਆਮ ਆਦਮੀ ਨਾਲ ਤੁਲਨਾ ਨਹੀਂ ਦਿੰਦੇ। ਇੰਨੇ ਉਹਨਾਂ ਦੇ ਵਿੱਚ, ਭਾਵੇਂ ਮਨੁੱਖਾ ਸਰੀਰ ਸੀ, ਪਰ ਕਦੀ ਸੋਚ ਕੇ ਵੇਖੋ, ਏਡੇ ਵੱਡੇ ਕਾਰਨਾਮੇ ਕਰਨੇ ਇੱਕ ਆਮ ਮਨੁੱਖ ਦੇ ਵੱਸ ਦਾ ਕੰਮ ਨਹੀਂ ਹੈ। ਪਰ ਕੀਤੇ ਕਿਉਂ? ਉਹਦਾ ਜਿਹੜਾ ਫਲਸਫਾ ਹੈ, ਉਹਦਾ ਜਿਹੜਾ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ। ਦੁਨੀਆ ਤੇ ਸ਼ੁਰੂ ਤੋਂ ਲੈ ਕੇ ਸੱਚ ਤੇ ਝੂਠ, ਇਹ ਦੋਵੇਂ ਚੀਜ਼ਾਂ ਰਹੀਆਂ ਨੇ। ਗੁਰੂ ਨਾਨਕ ਸਾਹਿਬ ਜੀ ਜਦੋਂ ਆਏ ਨੇ, ਸਤਿਗੁਰੂ ਨੇ ਵੀ, ਅਕਾਲ ਪੁਰਖ ਨੇ ਜਿਹੜਾ ਉਹਨਾਂ ਨੂੰ ਪ੍ਰੇਰਿਤ ਕੀਤਾ, ਉਹਨਾਂ ਨੇ ਗੁਰਬਾਣੀ ਦੁਆਰਾ ਇਹ ਦੱਸਿਆ ਕਿ ਮਨੁੱਖ ਕਿਵੇਂ ਦਾ ਹੋਣਾ ਚਾਹੀਦਾ। ਕਦੀ ਜਦੋਂ ਉਹਨਾਂ ਦੇ ਧਰਮ ਦੇ ਮੁਤਾਬਕ, ਉਹਨਾਂ ਦੇ ਘਰ ਦੇ ਵਿੱਚ ਜਦੋਂ ਉਹਨਾਂ ਨੂੰ ਜੰਝੂ ਪਾਉਣ ਦੀ ਗੱਲ ਚੱਲੀ ਹੈ, ਪੰਡਤ ਹਰਦਿਆਲ ਜੀ ਨੂੰ ਸੱਦਿਆ, ਤਾਂ ਉਹਨਾਂ ਨੇ ਇਹ ਜੰਝੂ ਪਾਉਣ ਤੋਂ ਇਨਕਾਰ ਕਰ ਦਿੱਤਾ। ਪਹਿਲੀ ਗੱਲ ਇਹ ਸਮਝਣੀ ਬੜੀ ਜ਼ਰੂਰੀ ਹੈ
ਉਹਨਾਂ ਨੇ ਜੰਝੂ ਪਾਉਣ ਤੋਂ ਇਨਕਾਰ ਕਰ ਦਿੱਤਾ। ਉਹਦਾ ਕਾਰਨ ਇਹ ਸੀ, ਭਾਵੇਂ ਤੁਸੀਂ ਕਈ ਵਾਰੀ ਸੁਣਿਆ ਉਹਦੀ ਵਿਆਖਿਆ, ਕਾਰਨ ਇਹ ਸੀ ਵੀ ਗੁਰੂ ਨਾਨਕ ਦੇਵ ਜੀ ਹੀ ਇੱਕ ਐਸਾ ਪੰਥ ਜਿਹਨੂੰ ਉਸ ਵੇਲੇ ਉਹਨਾਂ ਨੇ ਗੁਰਮੁਖ ਕਿਹਾ। ਗੁਰਮੁਖ ਪੰਥ ਚਲਾਉਣਾ ਚਾਹੁੰਦੇ ਸੀ। ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਹਨੂੰ ਕਿਹਾ ਖਾਲਸਾ ਪੰਥ। ਪੰਥ ਇੱਕ ਦੁਨੀਆ ਦੇ ਵਿੱਚ ਪੰਥ ਮੈਨੇ ਰਸਤਾ, ਕਈ ਰਾਹ ਚੱਲਦੇ ਨੇ। ਆਪਣੀ ਜਿਵੇਂ ਜਿਵੇਂ ਸਾਡੀ ਸੋਚ ਹੈ ਆਪਾਂ ਉਵੇਂ ਦੇ ਰਾਹ ਤੇ ਚੱਲਦੇ, ਉਵੇਂ ਦੀ ਸਾਡੀ ਜ਼ਿੰਦਗੀ ਹੁੰਦੀ। ਆਪਾਂ ਕਹਿੰਦੇ ਫਲਾਣਾ ਬੰਦਾ ਸ਼ਰਾਬੀ ਹੈ, ਸ਼ਰਾਬ ਦੇ ਰਾਹ ਤੇ ਤੁਰਿਆ ਹੈ। ਫਲਾਣਾ ਬੰਦਾ ਜੂਆ ਖੇਡਦਾ, ਜੂਏ ਤੇ ਰਾਹ ਤੇ ਜੁੜਿਆ। ਫਲਾਣਾ ਬੰਦਾ ਜਿਹੜਾ ਝੂਠ ਬੜਾ ਬੋਲਦਾ, ਝੂਠ ਦੇ ਰਾਹ ਤੇ ਤੁਰਿਆ। ਫਲਾਣਾ ਬੰਦਾ ਸੱਚ ਦਾ ਧਾਰਨੀ ਹੈ, ਸੱਚ ਦੇ ਮਾਰਗ ਤੇ ਤੁਰਦਾ, ਉਹ ਸੱਚ ਦੇ ਰਾਹ ਤੇ ਤੁਰਿਆ ਹੋਇਆ। ਇੱਥੇ ਰਾਹ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਕਿਸੇ ਸੜਕ ਤੇ ਤੁਰਦਾ। ਜਿਵੇਂ ਦੀ ਉਹਦੀ ਅੰਦਰ ਸੰਕਲਪ ਹੁੰਦਾ, ਉਹਦੀ ਸੋਚ ਹੁੰਦੀ ਹੈ, ਉਹਦਾ ਸੋਚਣਾ ਹੁੰਦਾ, ਉਹਦਾ ਰਹਿਣ ਸਹਿਣ ਬਹਿਣ ਰਹਿਤ, ਉਹਦੀ ਬੋਲ ਚਾਲ ਕਾਰ ਵਿਹਾਰ ਆਚਾਰ, ਉਹਦੇ ਤੋਂ ਪਤਾ ਲੱਗਦਾ ਕਿਹੜੇ ਰਾਹ ਤੇ ਤੁਰਿਆ। ਮਹਾਰਾਜ ਨੇ ਦੁਨੀਆ ਨੂੰ ਇਹ ਦੱਸਿਆ ਵੀ ਮਨੁੱਖ ਜਿਹੜਾ ਸਰੀਰ ਹੈ, ਮਨੁੱਖਾ ਬੜਾ ਕੀਮਤੀ ਮਿਲਿਆ ਕਾਹਦੇ ਵਾਸਤੇ ਹੈ। ਅੰਦਰੂਨੀ ਤੌਰ ਤੇ ਇਹਨੇ ਕੀ ਕਾਰਜ ਕਰਨਾ, ਆਪਾਂ ਆਪਣੇ ਵਿੱਚੋਂ ਕੀ ਲੱਭ ਸਕਦੇ ਹਾਂ, ਆਪਣੇ ਕੋਲ ਕੀ ਖਜ਼ਾਨਾ। ਕਿਉਂਕਿ ਜਿਵੇਂ ਕਿਸੇ ਜ਼ਮੀਨ ਦੇ ਵਿੱਚ ਸੰਭਾਵਨਾ ਹੋਵੇ ਨਾ ਕਿਸੇ ਫਸਲ ਦੀ, ਤੇ ਆਪਾਂ ਨੂੰ ਪਤਾ ਨਾ ਹੋਵੇ ਵੀ ਇਹਦੇ ਵਿੱਚ ਤਾਂ ਸੋਨਾ, ਇਹਦੇ ਵਿੱਚ ਤਾਂ ਚੰਦਨ ਉੱਗ ਸਕਦਾ ਹੈ, ਤੇ ਪਤਾ ਨਾ ਹੋਣ ਕਰਕੇ ਆਪਾਂ ਉਹਦੇ ਵਿੱਚੋਂ ਸਾਰੀ ਉਮਰ ਘਾਹ ਹੀ ਪੁੱਟਦੇ ਰਹਿੰਦੇ। ਜੇ ਸਾਨੂੰ ਕੋਈ ਆ ਕੇ ਦੱਸੇ ਵੀ ਤੇਰੀ ਤੇ ਜ਼ਮੀਨ ਦੇ ਵਿੱਚ ਚੰਦਨ ਉੱਗ ਸਕਦਾ, ਇਹਦੇ ਵਿੱਚ ਤਾਂ ਫਰੂਟ ਲੱਗ ਸਕਦੇ ਨੇ, ਇਹਦੇ ਵਿੱਚ ਤਾਂ ਬਾਗ ਲੱਗ ਸਕਦੇ ਨੇ, ਤਾਂ ਫਿਰ ਆਪਾਂ ਉਹਦੇ ਵਿੱਚ ਉਹ ਬੀਜਾਂਗੇ। ਤਾਕਤ ਉਹਦੀ ਜ਼ਮੀਨ ਦੇ ਵਿੱਚ ਹੀ ਹੈ। ਕੋਈ ਆ ਕੇ ਦੱਸਦਾ, ਕੋਈ ਵਿਗਿਆਨਕ ਭੂਮੀ ਵਿਗਿਆਨੀ, ਕਿ ਤੁਹਾਡੀ ਜ਼ਮੀਨ ਦੇ ਵਿੱਚ ਬਦਾਮ ਵੀ ਉੱਗ ਸਕਦੇ ਨੇ। ਕਿੱਥੇ ਆਪਾਂ ਬਦਾਮ ਕਦੀ ਵੇਖੇ ਵੀ ਨਹੀਂ ਸਨ, ਕਿੱਥੇ ਆਪਾਂ ਆਪਣੀ ਜ਼ਮੀਨ ਵਿੱਚੋਂ ਬਦਾਮ ਪੈਦਾ ਕਰ ਸਕਦੇ ਹਾਂ। ਔਰ ਸਾਡੀ ਜਿਹੜੀ ਜ਼ਮੀਨ ਹੈ ਇਹਦੇ ਵਿੱਚ ਤੇ ਬੜਾ ਕੁਝ ਗੁਰੂ ਸਾਹਿਬ ਨੇ ਪੰਜਾਬ ਦੀ ਧਰਤੀ ਦੇ ਸਰਦਾਰ ਸਾਨੂੰ ਬਣਾਇਆ, ਤਾਂ ਸਾਡੀ ਜ਼ਮੀਨ ਵੀ ਸਰਦਾਰ ਹੈ ਸਾਰੀ ਦੁਨੀਆ ਦੀ, ਇੱਥੋਂ ਦੀ ਉਪਜ ਹੈ। ਇਸ ਕਰਕੇ ਇਸ ਜ਼ਮੀਨ ਨੂੰ ਹੜੱਪਣ ਦੀ ਅੱਜ ਯੋਜਨਾ, ਕੋਸ਼ਿਸ਼ ਕੀਤੀ ਜਾ ਰਹੀ ਸਮੇਂ ਦੀ ਸਰਕਾਰ ਦੀ। ਜਿਹੜਾ ਧਰਨਾ ਚੱਲ ਰਿਹਾ ਦਿੱਲੀ ਦੇ ਵਿੱਚ, ਜਿਹੜਾ ਪ੍ਰੋਟੈਸਟ ਚੱਲ ਰਿਹਾ, ਔਰ ਬੜੀ ਵੱਡੀ ਗਿਣਤੀ ਦੇ ਵਿੱਚ ਦੁਨੀਆ ਪੱਧਰ ਤੇ, ਇਕੱਲਾ ਪੰਜਾਬ ਪੱਧਰ ਤੇ ਨਹੀਂ, ਵਿਸ਼ਵ ਪੱਧਰ ਦੇ ਉੱਤੇ ਇਹਨਾਂ ਜਿਹੜੇ ਜਾਬਰ ਲੋਕ ਨੇ ਇਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਦੁਨੀਆ ਦੇ ਪੱਧਰ ਤੇ, ਵਰਲਡ ਦੇ ਪੱਧਰ ਤੇ। ਬਾਹਰਲੇ ਦੇਸ਼ਾਂ 'ਚ ਇਹਨਾਂ ਦੇ ਉੱਤੇ ਇੰਨਾ ਪ੍ਰੈਸ਼ਰ ਪਿਆ ਹੋਇਆ, ਕਿਉਂਕਿ ਸਾਡੀ ਜ਼ਮੀਨ ਬੜੀ ਅਮੀਰ ਹੈ, ਸਾਡੇ ਕੋਲ ਬੜੇ ਖਜ਼ਾਨੇ ਨੇ। ਹੁਣ ਖਜ਼ਾਨੇ ਬਹੁਤ ਨੇ, ਪਰ ਸਾਨੂੰ ਖਜ਼ਾਨਿਆਂ ਦਾ ਪਤਾ ਨਹੀਂ ਕਿਹੜੇ ਕਿਹੜੇ ਖਜ਼ਾਨੇ ਨੇ। ਜਿੰਨਾ ਚਿਰ ਪਤਾ ਨਹੀਂ, ਆਪਾਂ ਹੁੰਦਿਆਂ ਵੀ ਉਹਨਾਂ ਦੇ ਆਪਾਂ ਗਰੀਬ ਹੀ ਰਵਾਂਗੇ। ਇਹ ਜ਼ਮੀਨ ਬੜੀ ਅਮੀਰ ਹੈ ਸਾਡੀ, ਸਾਡਾ ਪਾਣੀ ਬੜਾ ਅਮੀਰ ਹੈ। 5 ਆਬ ਸਾਡੇ ਤੇ ਨਾਂ, ਪੰਜਾਬ ਦਾ ਨਾਂ ਹੀ 5 ਆਬ, 5 ਤਰ੍ਹਾਂ ਦੇ ਦਰਿਆ ਇੱਥੇ ਵਗਦੇ ਨੇ, ਬੜੇ ਸੋਹਣੇ ਪਾਣੀ ਵਾਲੇ। ਹੁਣ ਅਸੀਂ ਭਾਵੇਂ ਖਰਾਬ ਕਰ ਲਏ। ਆ ਬਿਆਸ ਦਰਿਆ ਹੈ, ਤੁਸੀਂ ਪਿੱਛੇ ਚਲੇ ਜਾਓ, ਮੁੱਢ ਵਾਲਾ ਪੁਲ ਜਿਹੜਾ ਇਹਦਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਕੋਲ, ਉੱਥੇ ਦਾ ਸਰੂਪ ਹੋ ਰਹੀ ਹੈ, ਬੜਾ ਸੋਹਣਾ ਪਾਣੀ ਵਗਦਾ। ਪਾਣੀ ਦੇ ਤੌਰ ਤੇ ਵੀ ਤੁਸੀਂ ਅਮੀਰ ਹੋ, ਧਰਤੀ ਦੇ ਤੌਰ ਤੇ ਵੀ ਅਮੀਰ ਹੋ, ਤੇ ਜਿਹੜਾ ਤੁਹਾਨੂੰ ਵਿਰਾਸਤ ਮਿਲੀ ਹੈ ਆਪਣੇ ਸ਼ਹੀਦਾਂ ਦੀ ਤੇ ਗੁਰਬਾਣੀ ਮਿਲੀ ਹੈ, ਇਹਦੇ ਤੌਰ ਤੇ ਹੋਰ ਬਹੁਤ ਜ਼ਿਆਦਾ ਅਮੀਰ। ਕਿਉਂਕਿ ਇਹ ਚੀਜ਼ਾਂ ਬਾਹਰਲੀਆਂ ਨੇ, ਪਾਣੀ, ਧਰਤੀ, ਇਹ ਬਾਹਰਲੀਆਂ ਚੀਜ਼ਾਂ ਨੇ। ਪਰ ਅੰਦਰੂਨੀ ਜਿਹੜਾ ਜੀਵਨ ਦਿੱਤਾ ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਉਹ ਅੰਦਰੂਨੀ ਤੌਰ ਤੇ ਗੁਰਬਾਣੀ ਦੀ ਖੁਰਾਕ ਦੁਨੀਆ ਦੇ ਕਿਸੇ ਧਰਮਾਂ ਕੋਲ ਨਹੀਂ ਹੈ। ਫਿਰ ਦੋਵੇਂ ਟਾਈਮ ਦਾ ਨਿਤਨੇਮ ਦਿੱਤਾ ਹੈ। ਔਰ ਗੁਰੂ ਸਾਹਿਬ ਨੇ ਜਿਹੜਾ ਖਾਲਸਾ ਜਿਹੜਾ ਲੜਿਆ ਇਹਨਾਂ ਦਿਨਾਂ ਦੇ ਵਿੱਚ, ਉਹ ਕੋਈ ਆਮ ਮਨੁੱਖ ਨਹੀਂ ਸੀ, ਤਾਂ ਲੜ ਸਕਿਆ ਕਿ ਦੋਵੇਂ ਟਾਈਮ ਦਾ ਨਿਤਨੇਮ ਹੀ ਸੀ। ਉਹ ਆਤਮਾ ਦੀ ਖੁਰਾਕ ਲੈਂਦਾ ਸੀ ਅੰਦਰੋਂ। ਸਰੀਰ ਦੀ ਖੁਰਾਕ ਹੈ, ਇੱਕ ਮਨ ਦੀ ਖੁਰਾਕ ਹੈ।
ਆ ਮਨ ਦੇ ਤੁਸੀਂ ਵਿਚਾਰ ਬਣਾਓਗੇ, ਵਿਚਾਰ ਪੈਦਾ ਹੋਣਗੇ, ਮਨ ਚੰਗੇ ਸ਼ੁੱਧ ਵਿਚਾਰ ਜਾਣਗੇ। ਸ਼ੁੱਧ ਵਿਚਾਰ ਤੇ ਸ਼ੁੱਧ ਆਹਾਰ, ਦੋ ਚੀਜ਼ਾਂ ਪਹਿਲਾਂ ਬੜੀਆਂ ਜ਼ਰੂਰੀ ਨੇ। ਫਿਰ ਸ਼ੁੱਧ ਕਿਰਦਾਰ, ਇਹ ਤਿੰਨ ਚੀਜ਼ਾਂ ਨੇ। ਸ਼ੁੱਧ ਵਿਚਾਰ ਤੇ ਸ਼ੁੱਧ ਕਿਰਦਾਰ ਤੇ ਸ਼ੁੱਧ ਵਿਹਾਰ। ਵਿਹਾਰ ਮੈਨੇ ਵਰਤੋਂ ਸੋਹਣੀ ਕਰਨੀ ਇੱਕ ਦੂਜੇ ਦੀ। ਤੇ ਸ਼ੁੱਧ ਪਰਿਵਾਰ, ਚੰਗਾ ਪਰਿਵਾਰ। ਇੱਕ ਪਰਿਵਾਰ ਹੁੰਦਾ ਆਪਣਾ ਪਰਿਵਾਰ ਹੈ। ਇੱਕ ਗੁਰੂ ਸਾਹਿਬ ਨੇ ਸਾਨੂੰ ਪਰਿਵਾਰ ਬਣਾ ਲਿਆ, ਸਾਰੇ ਨੂੰ, ਖਾਲਸੇ ਨੂੰ ਪਰਿਵਾਰ ਬਣਾ ਦਿੱਤਾ ਆਪਸ ਵਿੱਚ। ਜਦੋਂ ਪੰਥ ਚੱਲਦਾ ਨਾ, ਜਦੋਂ ਪੰਥ ਤੁਰਦਾ, ਤੇ ਉਹ ਜਿਹੜਾ ਪਰਿਵਾਰ ਵਾਲੀ ਬਿਰਤੀ ਸੀ ਨਾ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਜਦੋਂ ਕੋਈ ਪੰਥ ਦੀ ਗੱਲ ਚੱਲਦੀ ਹੈ ਨਾ, ਤੇ ਉਦੋਂ ਖਾਲਸਾ ਜਿਹੜਾ ਹੈ ਉਹ ਪਰਿਵਾਰ ਬਣ ਜਾਂਦਾ ਹੈ। ਜੇ ਕਿਤੇ ਵੀ ਜਾਂਦਾ ਤੇ ਉਹ ਭੋਜਨ ਲੰਗਰ ਲਾਉਂਦਾ ਹੈ। ਜਿਵੇਂ ਹੁਣ ਅੱਜ ਜੋੜ ਮੇਲਾ ਫਤਿਹਗੜ੍ਹ ਸਾਹਿਬ ਦਾ, ਤਾਂ ਉਹ ਲੰਗਰ ਕਿੱਥੋਂ ਪੈਦਾ ਹੋਇਆ ਵੀ ਲੰਗਰ ਵੱਧ ਤੋਂ ਵੱਧ ਵਧੀਆ ਲਾਉਣੇ? ਉਹਦਾ ਇਹ ਕਾਰਨ ਹੈ ਵੀ ਆਪਣਾ ਪਰਿਵਾਰ ਸਮਝ ਕੇ ਉਹਦੀ ਸੇਵਾ ਕਰਨੀ, ਇਹ ਪੰਥ ਸਮਝ ਕੇ ਉਹਦੀ ਸੇਵਾ ਕਰਨੀ। ਤਾਂ ਇਹ ਪੰਥ ਦਾ ਜਿਹੜਾ ਮਸਲਾ ਸੀ, ਜਿਹੜਾ ਪੰਥ ਦਾ ਗੁਰੂ ਸਾਹਿਬ ਨੇ ਚਲਾਇਆ ਹੈ, ਇਹਨੇ ਹੀ ਸਪਿਰਿਟ ਪੈਦਾ ਕੀਤੀ। ਇਹ ਪੰਥ ਮਤਲਬ ਰਾਹ ਚਲਾਇਆ ਹੈ ਗੁਰੂ ਸਾਹਿਬ ਨੇ। ਇੱਕ ਉੱਚਾ ਐਸਾ ਪੰਥ ਚਲਾ ਦਿੱਤਾ ਜਿਹਦੇ ਤੋਂ ਝੂਠ ਨੂੰ ਖਤਰਾ ਸੀ ਬੜਾ, ਸ਼ੁਰੂ ਤੋਂ ਲੈ ਕੇ। ਇਹ ਯੁੱਧ ਕਿਉਂ ਹੋਏ ਨੇ, ਸ਼ਹਾਦਤਾਂ ਕਿਉਂ ਹੋਈਆਂ ਨੇ, ਥੋੜ੍ਹਾ ਜਿਹਾ ਇਹਦੀ ਬੈਕ ਦੇ ਉੱਤੇ ਸਮਝਣਾ ਬੜਾ ਜ਼ਰੂਰੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਸੀ। ਗੁਰੂ ਨਾਨਕ ਸਾਹਿਬ ਨੇ ਵੀ ਲੋਕਾਂ ਦਾ ਖੂਨ ਪੀਣ ਵਾਲਿਆਂ ਦਾ ਉੱਥੇ ਪਰਦਾ ਫਾਸ਼ ਕੀਤਾ ਹੈ। ਇੱਕ ਪਾਸੇ ਲਾਲੋ ਹੈ, ਇੱਕ ਪਾਸੇ ਮਲਕ ਭਾਗੋ ਹੈ। ਗੁਰੂ ਸਾਹਿਬ ਲਾਲੋ ਕੋਲ ਜਾਂਦੇ ਨੇ। ਲਾਲੋ ਕਿਰਤ ਕਰਨ ਵਾਲਾ ਹੈ, ਸੱਚ ਤੇ ਤੁਰਨ ਵਾਲਾ, ਆਪਣਾ ਹੱਕ ਖਾਣ ਵਾਲਾ। ਦੂਜੇ ਪਾਸੇ ਮਲਕ ਭਾਗੋ ਕੋਲ ਜਾਂਦੇ। ਪਹਿਲਾਂ ਮਹਾਰਾਜ ਤੇ ਜਾਂਦੇ ਹੀ ਨਹੀਂ। ਜੇ ਜਾਂਦੇ ਨੇ ਤੇ ਉਹ ਕਹਿੰਦਾ ਤੁਸੀਂ ਮੇਰਾ ਭੋਜਨ ਨਹੀਂ ਛਕਦੇ, ਤੇ ਮਹਾਰਾਜ ਕਹਿੰਦੇ ਲਿਆ ਤੇਰਾ ਭੋਜਨ ਕਿੱਥੇ ਹੈ? ਤਾਂ ਭੋਜਨ ਹੱਥ ਵਿੱਚ ਮਹਾਰਾਜ ਫੜ ਕੇ ਪੂਰੀਆਂ, ਤੇ ਉਹਦੀਆਂ ਅੱਖਾਂ ਦੇ ਸਾਹਮਣੇ ਇੱਕ ਵਿਸ਼ੇਸ਼ ਚਮਤਕਾਰ, ਦੂਜਿਆਂ ਨੂੰ ਨਹੀਂ ਪਤਾ ਲੱਗਦਾ। ਦੂਜਿਆਂ ਵਾਸਤੇ ਤਾਂ ਗੁਰੂ ਸਾਹਿਬ ਨੇ ਇਸ ਤਰ੍ਹਾਂ ਹੱਥ ਵਿੱਚ ਫੜੀਆਂ ਹੋਈਆਂ ਨੇ ਚੀਜ਼ਾਂ, ਪੂਰੀਆਂ ਫੜੀਆਂ ਨੇ, ਹੋਰ ਕਿਸੇ ਨੇ ਨਹੀਂ ਵੇਖਿਆ। ਪਰ ਮਲਕ ਭਾਗੋ ਨੂੰ ਜਦੋਂ ਕਹਿੰਦੇ ਮਲਕ ਭਾਗੋ ਤੇਰੀਆਂ ਪੂਰੀਆਂ ਵਿੱਚ ਖੂਨ ਹੈ ਗਰੀਬਾਂ ਦਾ, ਤਾਂ ਉਹ ਵਾਕਈ ਉਹਨੂੰ ਨਜ਼ਰ ਆਉਣ ਲੱਗ ਪੈਂਦਾ। ਉਹਦੇ ਆਪਣੇ ਅੰਦਰੋਂ ਹੀ ਐਸੀ ਨਜ਼ਰ ਬਣ ਜਾਂਦੀ, ਉਹਨੂੰ ਉਹਦੇ ਵਿੱਚੋਂ ਖੂਨ ਡੁੱਲਦਾ ਨਜ਼ਰ ਆਉਂਦਾ। ਇਹ ਤਸਵੀਰ ਬਣੀ ਹੈ। ਹੁਣ ਕਈ ਇਹਨੂੰ ਕਹਿੰਦੇ ਐਵੇਂ ਝੂਠ, ਐਵੇਂ ਦੀਆਂ ਗੱਲਾਂ ਗੁਰੂ ਸਾਹਿਬ ਨੇ ਨਹੀਂ ਕੀਤੀਆਂ। ਕਈ ਕਹਿੰਦੇ ਵੀ ਵਿਖਾਇਆ ਸਾਰਿਆਂ ਨੂੰ, ਫੋਟੋ ਬਣਾ ਕੇ ਆਪਾਂ ਵਿਖਾਈ। ਉਹ ਦੂਜਿਆਂ ਨੂੰ ਨਹੀਂ ਸੀ ਵਿਖਾਇਆ। ਮਹਾਰਾਜ ਨੇ ਆਪਣੀ ਕਲਾ ਵਰਤਾ ਕੇ ਨਾ ਉਹਦੀਆਂ ਅੱਖਾਂ ਦੇ ਸਾਹਮਣੇ ਖੂਨ ਵਿਖਾ ਦਿੱਤਾ ਸੀ ਵੀ ਆਹ ਵੇਖ ਤੂੰ ਖੂਨ ਪੀਤਾ ਹੋਇਆ, ਜਿਹੜਾ ਉਹ ਲੋਕਾਂ ਦਾ ਖੂਨ ਇਹਨਾਂ ਤੇਰੇ ਭੋਜਨ ਵਿੱਚੋਂ ਵਗ ਰਿਹਾ। ਉਹ ਸਿਸਟਮ ਹੀ ਐਸਾ ਬਣਾਇਆ ਹੋਇਆ ਸੀ ਉਹਨੇ। ਅਜੇ ਉਦੋਂ ਦੇ ਲੋਕ ਧੱਕੇ ਨਾਲ ਕਿਸੇ ਦਾ ਖੂਨ ਪੀਂਦੇ, ਤਾਂ ਗੁਰੂ ਸਾਹਿਬ ਉਹਨੂੰ ਖੂਨ ਵਿਖਾਉਂਦੇ ਨੇ, ਪੂਰੀਆਂ ਜਿਹੜੀਆਂ ਭੋਜਨ ਸੀ ਉਹਦਾ। ਕਿਉਂਕਿ ਉਹਨੇ ਨਾਜਾਇਜ਼ ਢੰਗ ਦੇ ਨਾਲ ਝੂਠ ਬੋਲ ਕੇ ਉਹ ਜਿਹੜਾ ਇਕੱਠਾ ਕੀਤਾ ਸੀ ਭੋਜਨ, ਉਹਦੇ ਵਿੱਚੋਂ ਖੂਨ ਵਗਿਆ। ਦੂਜੇ ਪਾਸੇ ਲਾਲੋ ਜੀ ਸਨ, ਉਹਨਾਂ ਦਾ ਕੋਧਰੇ ਦੀ ਰੋਟੀ ਫੜੀ, ਉਹਨੂੰ ਦਬਾਉਂਦੇ ਨੇ ਤੇ ਉਹਦੇ ਵਿੱਚੋਂ ਚਿੱਟਾ ਦੁੱਧ ਵਗਦਾ। ਲਾਲੋ ਦੀ ਮਲਕ ਭਾਗੋ ਦੀ ਰੋਟੀ ਦਬਾਉਂਦੇ ਪੂਰੀ, ਤੇ ਉਹਦੇ ਵਿੱਚੋਂ ਖੂਨ ਵਗਦਾ। ਭਾਵ ਕੀ ਸੀ ਇਹਦਾ? ਇਹ ਤਾਂ ਸਾਖੀ ਵਰਤੀ ਹੈ ਇਤਿਹਾਸ ਦੇ ਵਿੱਚ, ਇਹ ਹੋਇਆ। ਅੱਜ ਕੱਲ੍ਹ ਇਹ ਰਿਵਾਜ ਚੱਲ ਪਿਆ ਸਾਡੇ ਵਿੱਚ ਚੀਜ਼ਾਂ ਨੂੰ ਖੰਡਨ ਮੰਡਨ ਕਰਨ ਦਾ। ਇਹਨਾਂ ਚੀਜ਼ਾਂ ਦਾ ਖੰਡਨ ਕਰਨ ਦੀ ਲੋੜ ਨਹੀਂ। ਇਹਨਾਂ ਦੀ ਜਿਹੜੀ ਵਿਸਥਾਰਿਤ ਵਿਆਖਿਆ ਹੈ ਉਹ ਲੱਭਣ ਦੀ ਲੋੜ ਹੈ ਵੀ ਇਹਦਾ ਭਾਵ ਕੀ ਹੈ। ਨਾ ਕਿ ਅਸੀਂ ਕੌਮ ਦੇ ਵਿੱਚ ਦੁਬਿਧਾ ਪਾ ਦਈਏ ਵੀ ਇਹ ਹੋਇਆ ਹੈ ਜਾਂ ਨਹੀਂ ਹੋਇਆ। ਜਦੋਂ ਇਹ ਹੋਇਆ ਤੇ ਹੋਇਆ ਹੈ, ਪਰ ਇਹਦਾ ਭਾਵ ਅਰਥ ਸਮਝਣਾ ਵੀ ਜ਼ਰੂਰੀ ਹੈ।
ਇਹੀ ਗੱਲ ਗੁਰੂ ਸਾਹਿਬ ਨੇ ਬਾਣੀ ਵਿੱਚ ਕੀ ਕਹੀ ਹੈ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਦੂਜਿਆਂ ਨੂੰ ਵੰਡ ਕੇ ਖਾਣ ਦਾ ਮਤਲਬ ਕੀ ਹੈ? ਵੰਡ ਕੇ ਖਾਣਾ, ਫਿਰ ਉਦਮ ਕਰਨਾ, ਹਿੰਮਤ ਕਰਨੀ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ। ਉਦਮ ਦਿੱਤਾ, ਕਿਰਤ ਦਿੱਤੀ, ਹਿੰਮਤ ਕੀਤੀ। ਪਰ ਇੱਥੇ ਇੱਕ ਹੋਰ ਮੈਂ ਗੱਲ ਕਰਨੀ ਚਾਹੁੰਦਾ। ਕਈ ਵਾਰੀ ਇੱਥੇ ਆ ਕੇ ਨਾ ਵੀ ਕਿਰਤ ਕੀਤਿਆਂ, ਆਪਣੇ ਹੱਥੀਂ ਕੰਮ ਕੀਤਿਆਂ, ਬਈ ਇਹ ਸਭ ਕੁਝ ਅਸੀਂ ਆਪ ਹੀ ਕਰ ਲਾਂਗੇ। ਸਾਡੇ ਵਿੱਚ ਇੱਕ ਤਬਕਾ ਪੈਦਾ ਹੋ ਗਿਆ ਹੈ, ਉਹ ਕਹਿੰਦਾ ਵੀ ਜੋ ਕਰ ਸਕਦਾ ਬੰਦਾ ਆਪ ਹੀ ਕਰ ਸਕਦਾ ਹੈ। ਪਰ ਇੰਨੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੇ ਇਹ ਵੀ ਕਹਿੰਦੇ ਵੀ ਜੇ ਰੱਬ ਨਾ ਕਰਨ ਦੇਵੇ ਤੇ ਤੂੰ ਨਹੀਂ ਕਰ ਸਕਦਾ। ਇਹ ਵੀ ਸ਼ਬਦ ਆਉਂਦੇ ਨੇ। ਜੇ ਉਹਦੀ ਮਰਜ਼ੀ, ਇੱਕ ਉੱਤੋਂ ਹੁਕਮ ਚੱਲ ਰਿਹਾ ਨਾ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਤਾਂ ਉਹਨੂੰ ਵੀ ਸਮਝਣਾ ਜ਼ਰੂਰੀ ਹੈ। ਉਹਨੂੰ ਵੀ ਸਮਝਣਾ ਜ਼ਰੂਰੀ ਹੈ ਵੀ ਹੁਕਮ ਉੱਪਰੋਂ ਚੱਲ ਰਿਹਾ। ਧਿਆਨ ਦਿਓ, ਇਕਾਗਰਤਾ ਬਣਾਓ। ਵੇਖੋ ਇੱਕ ਦਾ ਵੱਜਦਾ ਸਾਰੀ ਸੰਗਤ ਡਿਸਟਰਬ ਹੁੰਦੀ। ਇਹਦਾ ਚਾਹੀਦਾ ਇੱਕ ਸੇਵਾਦਾਰ ਹੀ ਬਾਹਰ ਖੜਾ ਹੋ ਜਾਣਾ ਹੱਥ ਜੋੜ ਕੇ, ਭਾਈ ਵੀ ਲਿਆ ਮੈਂ ਤੈਨੂੰ ਬੰਦ ਕਰ ਦੇਣਾ, ਕਿਉਂਕਿ ਇਹਨਾਂ ਦਾ ਪਤਾ ਕੋਈ ਨਹੀਂ, ਬੰਦ ਹੋਏ ਵੀ ਚੱਲ ਪੈਂਦੇ ਨੇ। ਇਸ ਕਰਕੇ ਗੱਲ ਕੋਈ ਸ਼ੁਰੂ ਹੁੰਦੀ ਹੈ ਤਾਂ ਜਦੋਂ ਫਿਰ ਉਹ ਗੱਲ ਟੁੱਟ ਜਾਂਦੀ ਹੈ ਵਿੱਚ, ਪਰਤ ਕੇ ਗੱਲ ਨਹੀਂ ਉਹ ਬਣਦੀ। ਫਿਰ ਸੋ ਫਿਰ ਧਿਆਨ ਲਾਓ, ਫਿਰ ਇਕਾਗਰਤਾ ਬਣਾਓ। ਤਾਂ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਵੀ ਇਹ ਦੋ ਤਰ੍ਹਾਂ ਦੀ ਗੱਲ ਕੀਤੀ ਹੈ ਕਿ ਇੱਕ ਪਾਸੇ ਮੇਰਾ ਸਿੱਖ ਨਵਾਂ ਨਰੋਇਆ ਆਪਣੇ ਹੱਥੀਂ ਕੰਮ ਵੀ ਕਰੇ, ਉਦਮ ਵੀ ਕਰੇ, ਯਤਨ ਵੀ ਕਰੇ, ਉਦਮ ਵੀ ਕਰੇ, ਵੰਡ ਕੇ ਵੀ ਖਾਏ। ਇਹਦੇ ਵਿੱਚੋਂ ਪੰਥ ਚੱਲ ਗਿਆ। ਇਸ ਲਈ ਇੱਕ ਵਾਰ ਦੀ ਗੱਲ ਹੈ, ਗੁਰੂ ਸਾਹਿਬ ਨੇ ਇੱਕ ਵਾਰੀ ਆਨੰਦਪੁਰ ਸਾਹਿਬ ਦੇ ਵਿੱਚ ਸਾਂਝਾ ਲੰਗਰ ਜਾਰੀ ਕੀਤਾ ਸੀ। ਗੁਰੂ ਸਾਹਿਬ ਦੀ ਸੋਚ ਬੜੀ ਵੱਡੀ। ਸਾਂਝਾ ਲੰਗਰ, ਸਾਂਝਾ ਲੰਗਰ ਉਹ ਸੀ ਜਿਹਦੇ ਅੰਦਰ ਗੁਰੂ ਸਾਹਿਬ ਨੇ ਸਾਰੇ ਪਿੰਡ ਦਾ, ਨਗਰ, ਕਾਫੀ ਸਮਾਂ ਇੱਕੋ ਥਾਂ ਤੇ ਲੰਗਰ ਬਣਵਾਇਆ। ਇੱਕੋ ਥਾਂ ਤੇ ਲੰਗਰ ਬਣਨਾ ਹੈ, ਆਪੋ ਆਪਣਾ ਕੰਮ ਕਰੋ, ਰਸਤ ਉੱਥੇ ਲੈ ਆਵੋ ਤੇ ਛਕਣਾ ਇਕੱਠਿਆਂ ਨੇ। ਇੱਕ ਮਾਡਲ ਦਿੱਤਾ ਸੀ ਕਿ ਇਹ ਕਦੀ ਕਦੀ, ਰੋਜ਼ ਤਾਂ ਨਹੀਂ ਹੋ ਸਕਦਾ, ਵੀ ਇੱਕ ਪਿੰਡ ਦਾ ਇੱਕ ਲੰਗਰ ਘੱਟੋ ਘੱਟ ਸਾਂਝਾ ਹੋਣਾ ਚਾਹੀਦਾ। ਉਹਦੇ ਵਿੱਚ ਵੇਖੋ ਗੁਰੂ ਸਾਹਿਬ ਨੇ ਸਾਦੀਆਂ ਜੀਆਂ ਚੀਜ਼ਾਂ ਦੇ ਵਿੱਚ ਕਿੰਨੀਆਂ ਗੱਲਾਂ ਦੇ ਹੱਲ ਕਰ ਦਿੱਤੇ ਸਨ। ਬਈ ਇੱਕ ਪਿੰਡ ਦਾ ਇੱਕ ਲੰਗਰ ਸਾਂਝਾ ਸਵੇਰ ਤੋਂ ਸ਼ਾਮ ਤੱਕ ਚੱਲਣਾ ਚਾਹੀਦਾ। ਗੁਰਦੁਆਰੇ ਦਾ ਮਤਲਬ ਇਹ ਹੈ। ਉਹਦਾ ਮਤਲਬ ਪਤਾ ਕੀ ਸੀ? ਹੁਣ ਚਲੋ ਆਪਾਂ ਗੁਰਪੁਰਬ ਨੂੰ ਚਲਾਉਂਦੇ ਹਾਂ ਜਾਂ ਕੋਈ ਪ੍ਰੋਗਰਾਮ ਹੁੰਦਾ, ਉਹਦਾ ਮਤਲਬ ਇਹ ਸੀ ਕਿ ਕਈ ਸਰੀਰ ਪਿੰਡ ਦੇ ਵਿੱਚ ਕੁਦਰਤ ਦਾ ਨਿਯਮ ਹੀ ਹੈ ਕੋਈ, ਕਿ ਕੋਈ ਸਾਰੇ ਪਿੰਡ ਦੇ ਵਿੱਚ 2000 ਬੰਦਾ ਹੈ ਤੇ 2000 ਦੇ ਵਿੱਚੋਂ ਕੋਈ 50 ਇਸ ਤਰ੍ਹਾਂ ਦੇ ਹੋਣਗੇ। ਵਿਚਾਰੇ ਘਰਾਂ ਦੀ ਹਾਲਤ ਇਸ ਤਰ੍ਹਾਂ ਦੀ ਹੁੰਦੀ ਹੈ, ਕਈਆਂ ਦੇ ਤੇ ਘਰ ਪਕਾਉਣ ਵਾਲੀ ਨਹੀਂ ਹੁੰਦੀ, ਕਈਆਂ ਦੇ ਘਰ ਆਟਾ ਨਹੀਂ ਹੁੰਦਾ, ਤੇ ਉਹ ਜਿਹੜੇ ਬੰਦੇ ਨੇ ਜ਼ਰੂਰਤਮੰਦ, ਉਹ ਉੱਥੇ ਆ ਕੇ ਲੰਗਰ ਛਕ ਲੈਣ ਕਰਨ। ਇਹ ਸਾਂਝਾ ਲੰਗਰ ਗੁਰੂ ਸਾਹਿਬ ਨੇ ਉਦੋਂ ਚਲਾਇਆ ਸੀ। ਇਸ ਲਈ ਇਹ ਯਤਨ ਕਰਨਾ, ਕਈ ਥਾਵਾਂ ਦੇ ਤੇ ਹੈ 24 ਘੰਟੇ ਲੰਗਰ ਚੱਲਦਾ ਹੈ। ਉਹ ਤਾਂ ਸੀ ਕਿ ਲੋੜਵੰਦਾਂ ਦੀ ਜ਼ਰੂਰਤ ਪੂਰੀ ਹੁੰਦੀ ਰਹੇ। ਸੋ ਗੁਰੂ ਸਾਹਿਬ ਨੇ ਇਸ ਤਰ੍ਹਾਂ ਦੇ ਕਈ ਛੋਟੇ ਛੋਟੇ ਲੱਗਦੇ ਨੇ, ਛੋਟੇ ਨਹੀਂ ਇਹ ਬਹੁਤ ਵੱਡੇ ਸਿਧਾਂਤ ਨੇ, ਕਨਸੈਪਟ ਦਿੱਤੇ ਨੇ। ਜਿਵੇਂ ਅੱਜ ਹੁਣ ਜਿੱਥੇ ਖਾਲਸਾ ਜਾ ਕੇ ਬਹਿੰਦਾ ਹੈ, ਜਿੱਥੇ ਬਹਿੰਦਾ ਉੱਥੇ ਲਹਿਰਾਂ ਬਹਿਰਾਂ ਲੱਗ ਜਾਂਦੀਆਂ ਨੇ, ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਤਾਂ ਫਿਰ ਇਹ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਦਿੱਤਾ ਕਿ ਕਿਸੇ ਨੂੰ ਡਰਾਉਣਾ ਨਹੀਂ ਤੇ ਕਿਸੇ ਤੋਂ ਡਰਨਾ ਨਹੀਂ। ਦੋ ਚੀਜ਼ਾਂ ਦਿੱਤੀਆਂ। ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਪੂਜਾ ਅਕਾਲ ਪੁਰਖ ਦੀ ਕਰਨੀ ਹੈ। ਜਿਹੜੀ ਉਹਦੀ ਬਣਾਈ ਹੋਈ ਕਿਰਤ ਹੈ, ਜਿਹੜੀ ਉਹਦੀ ਬਣਾਈ ਹੋਈ ਖਲਕਤ ਹੈ, ਜੋ ਉਹਦਾ ਬਣਾਇਆ ਹੋਇਆ ਬ੍ਰਹਿਮੰਡ ਹੈ, ਇਹਦਾ ਵੀ ਸਤਿਕਾਰ ਕਰਨਾ ਹੈ।
ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ। ਮੰਦਾ ਕਿਸ ਨੂੰ ਆਖੀਐ, ਜਾਂ ਤਿਸ ਬਿਨ ਕੋਈ ਨਾ ਹੈ। ਮਨੁੱਖਾਂ ਦੇ ਵਿੱਚੋਂ ਅਕਾਲ ਪੁਰਖ ਦੇ ਦਰਸ਼ਨ ਕਰਨੇ ਨੇ। ਪੂਜਾ ਨਹੀਂ ਸਿਖਾਈ, ਸਤਿਕਾਰ ਸਿਖਾਇਆ। ਪੂਜਾ ਇੱਕ ਹੋਰ ਚੀਜ਼ ਹੈ, ਸਤਿਕਾਰ ਹੋਰ ਚੀਜ਼ ਹੈ। ਪਰ ਅਸੀਂ ਕਈ ਵਾਰੀ ਇੰਨੇ ਖਰਵੇ ਹੋ ਜਾਂਦੇ ਹਾਂ, ਅਸੀਂ ਨਿਸ਼ੇਧ ਕਰਦੇ ਕਰਦੇ ਨਫ਼ਰਤ ਪੈਦਾ ਕਰ ਦਿੰਦੇ ਹਾਂ ਵੀ ਇਹ ਸੰਸਾਰ ਨਾਲੋਂ ਨਫ਼ਰਤ ਹੀ ਕਰਨੀ ਹੈ। ਤਾਂ ਪੂਜਾ ਅਕਾਲ ਦੀ, ਇਹਦੇ ਵਿੱਚੋਂ ਰੱਬ ਵੇਖਣਾ। ਫਿਰ ਕਿਹਾ ਬਨਸਪਤੀ ਦੇ ਵਿੱਚੋਂ ਰੱਬ ਨੂੰ ਵੇਖਣਾ। ਤੂੰ ਪੇੜ ਸਾਖ ਤੇਰੀ ਫੂਲੀ, ਤੂੰ ਸੂਖਮ ਹੋਵਾ ਅਸਥੂਲੀ। ਇਹ ਸਾਰੀ ਜਾਚ ਸਿਖਾਈ ਸੀ ਮਹਾਰਾਜ। ਫਿਰ ਗੁਰੂ ਸਾਹਿਬ ਨੇ ਪਵਨ ਦਾ ਸਤਿਕਾਰ ਕਰਨ ਦੀ ਜਾਚ ਸਿਖਾਈ ਵੀ ਪਵਨ ਨੂੰ ਸ਼ੁੱਧ ਰੱਖਣਾ, ਪ੍ਰਦੂਸ਼ਣ ਨੂੰ ਠੀਕ ਰੱਖਣਾ। ਪਵਨ ਸ਼ੁੱਧ ਰਵੇ, ਹਵਾ ਬੰਦੇ ਨੂੰ ਆਕਸੀਜਨ ਪੂਰੀ ਮਿਲੇ। ਪਵਨ ਗੁਰੂ, ਪਾਣੀ ਪਿਤਾ, ਪਾਣੀ ਨੂੰ ਪਿਤਾ ਜਿੰਨਾ ਸਤਿਕਾਰ ਦੇਣਾ, ਇਹਨੂੰ ਗੰਦਾ ਨਹੀਂ ਕਰਨਾ, ਖਰਾਬ ਨਹੀਂ ਕਰਨਾ। ਅੱਜ ਅਸੀਂ ਕਰਤਾ ਖਰਾਬ, ਧਰਤੀ ਨੂੰ ਵੀ ਖਰਾਬ ਕਰਤਾ, ਪਾਣੀ ਨੂੰ ਵੀ, ਹਵਾ ਨੂੰ ਵੀ ਖਰਾਬ ਕਰਤਾ। ਤਾਂ ਇਹ ਤੇ ਸੀ ਬਾਹਰੀ ਪੱਖ। ਪਰ ਗੁਰੂ ਸਾਹਿਬ ਨੇ ਕਿਹਾ ਤੇਰੇ ਅੰਦਰ ਇੱਕ ਅਕਾਲ ਪੁਰਖ ਦੀ ਜੋਤ ਅੰਮ੍ਰਿਤ ਰਸ ਹੈ, ਉਹਦੀ ਖੋਜ ਅੰਦਰੋਂ ਕਰ। ਮੈਂ ਧਰਤੀ ਤੋਂ ਅੱਗੇ ਚਲਾ ਗਿਆ ਸੀ ਕਿ ਜੋ ਸਾਡੀ ਧਰਤੀ ਦੇ ਵਿੱਚ ਹੈ, ਜੇ ਸਾਨੂੰ ਪਤਾ ਨਹੀਂ ਇਹਦੇ ਵਿੱਚੋਂ ਬਦਾਮ ਉੱਗ ਸਕਦੇ ਨੇ, ਚੰਦਨ ਉੱਗ ਸਕਦਾ, ਤੇ ਅਸੀਂ ਉਹਦੇ ਤੋਂ ਵਾਂਝੇ ਰਹਿ ਜਾਂਦੇ ਹਾਂ। ਇਸੇ ਤਰ੍ਹਾਂ ਇਸ ਸਰੀਰ ਰੂਪੀ ਧਰਤੀ ਦੇ ਅੰਦਰ ਆਤਮਿਕ ਰਸ ਹੈ। ਆਤਮਿਕ ਰਸ ਕਦੀ ਸੁਣਿਆ ਤੁਸੀਂ? ਕਈ ਰਸ ਤੁਸੀਂ ਸੁਣੇ ਹੋਣਗੇ ਹੋਰ ਵੀ, ਆਹ ਸੰਤਰੇ ਦਾ ਰਸ ਹੈ, ਆਹ ਸੇਬ ਦਾ ਰਸ ਹੈ, ਆਹ ਫਲਾਣੀ ਗਾਜਰ ਦਾ ਰਸ ਹੈ। ਕਦੀ ਆਤਮਾ ਦਾ ਰਸ ਸੁਣਿਆ? ਆਤਮਾ ਦਾ ਵੀ ਇੱਕ ਰਸ ਹੈ। ਉਹ ਕਿਵੇਂ ਮਿਲੇਗਾ? ਗੁਰੂ ਕਲਗੀਧਰ ਪਾਤਸ਼ਾਹ ਤੇ ਇੱਥੋਂ ਤੱਕ ਕਹਿੰਦੇ ਵੀ ਸਿੱਖੋ ਗੁਰੂ ਕੇ ਪਿਆਰਿਓ। ਠੀਕ ਹੈ, ਮੈਂ ਤੁਹਾਨੂੰ ਤਲਵਾਰ ਫੜਾ ਦਿੱਤੀ ਹੈ, ਚੰਗੀ ਗੱਲ ਹੈ। ਤਲਵਾਰ ਲੋੜ ਹੈ ਸਮੇਂ ਦੀ, ਕਿ ਜਦੋਂ ਤੁਸੀਂ ਸੱਚ ਨੂੰ ਦੁਨੀਆ ਦੇ ਵਿੱਚ ਕਾਇਮ ਰੱਖਣਾ, ਉਹਦੇ ਵਾਸਤੇ ਤੁਹਾਡੇ ਕੋਲ ਸ਼ਕਤੀ ਚਾਹੀਦੀ, ਤੁਹਾਡੇ ਕੋਲ ਤਲਵਾਰ ਚਾਹੀਦੀ, ਉਦੋਂ ਲੋੜ ਹੈ। ਪਰ ਤੁਸੀਂ ਆਤਮ ਰਸੀਏ ਬਣਨਾ। ਜੇ ਤੁਸੀਂ ਆਤਮ ਰਸੀਏ ਨਹੀਂ ਬਣਦੇ, ਫਿਰ ਤੁਸੀਂ ਮੇਰੇ ਖਾਲਸੇ ਨਹੀਂ ਬਣਦੇ। ਇਹ ਪਹਿਲਾਂ ਆਤਮ ਰਸ ਦੀ ਗੱਲ ਪਹਿਲਾਂ ਕੀਤੀ। ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਧੰਨ ਜੀਓ ਤਿਹ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਜੁਧ ਵਿਚਾਰੈ। ਮੂੰਹ ਤੇ ਵਿੱਚ ਖਾਲਸਾ ਕਹਿੰਦੇ ਉਹਨੂੰ ਨੇ ਜਿਹਦੀ ਰਸਨਾ ਦੇ ਉੱਤੇ ਨਾਮ ਹੋਵੇ, ਜੋ ਸਵੇਰੇ ਘੜੀ ਚੌਂਕੜਾ ਲਾ ਕੇ ਉਹਨੇ ਸਿਮਰਨ ਕੀਤਾ ਹੈ, ਨਿਤਨੇਮ ਕੀਤਾ ਹੈ, ਆਤਮ ਰਸ ਉਹਨੂੰ ਚੜਿਆ, ਖਾਲਸਾ ਉਹਨੂੰ ਕਹਿੰਦੇ। ਜੇ ਕੱਲੀਆਂ ਗੱਲਾਂ ਨੇ ਵੀ ਪਹਿਲਾਂ ਤਾਂ ਉੱਠੇ ਹੀ ਲੇਟ, ਫਿਰ ਇਸ਼ਨਾਨ ਤੇ ਕਿੱਥੇ ਕਰਨਾ ਸੀ, ਫਿਰ ਬੇਬੇ ਨੇ ਕਿਹਾ ਵੀ ਮੂੰਹ ਤੇ ਧੋਇਆ, ਕਹਿੰਦੇ ਨਹੀਂ ਸ਼ੇਰਾਂ ਦੇ ਮੂੰਹ ਧੁੱਪੇ ਹੁੰਦੇ ਨੇ। ਇਹ ਨਹੀਂ ਗੱਲ। ਅੰਮ੍ਰਿਤ ਵੇਲਾ ਜਿਹੜਾ ਏਡਾ ਜ਼ਰੂਰੀ ਗੁਰੂ ਸਾਹਿਬ ਨੇ ਕਰ ਦਿੱਤਾ ਕਿ ਆਸਾ ਦੀ ਵਾਰ ਜਦੋਂ ਸਰਸਾ ਨਦੀ ਦੇ ਕਿਨਾਰੇ ਤੇ ਆਏ ਨੇ, ਤੁਹਾਨੂੰ ਭਾਈ ਸਾਹਿਬ ਨੇ ਸੁਣਾਇਆ ਵੀ ਕਾਫੀ ਇਤਿਹਾਸ, ਤਾਂ ਉੱਥੇ ਵੀ ਗੁਰੂ ਸਾਹਿਬ ਭਾਈ ਦਇਆ ਸਿੰਘ ਜੀ ਕਹਿੰਦੇ ਨੇ ਮੈਨੂੰ ਭੁੱਖ ਲੱਗੀ ਹੈ, ਭੋਜਨ ਦਾ ਪ੍ਰਬੰਧ ਉਹ ਕਹਿੰਦੇ ਕਰੀਏ। ਕਹਿੰਦੇ ਨਹੀਂ, ਬਾਹਰਲੇ ਭੋਜਨ ਦੀ ਭੁੱਖ ਨਹੀਂ ਲੱਗੀ, ਬਾਹਰਲੇ ਪ੍ਰਸ਼ਾਦੇ ਦੀ ਨਹੀਂ, ਮੈਨੂੰ ਆਤਮਾ ਦੀ ਭੁੱਖ ਲੱਗੀ ਹੋਈ। ਉਹ ਕਹਿੰਦੇ ਫਿਰ ਇਹ ਭੁੱਖ ਕਿਵੇਂ ਦੂਰ ਹੋਵੇਗੀ? ਕਹਿੰਦੇ ਇਹ ਭੁੱਖ ਸਾਜ ਲੈ ਕੇ ਆਓ। ਸਾਜ ਨਾਲ ਹੀ ਸਨ ਮਹਾਰਾਜ ਦੇ। ਇਹ ਜਿਹੜੇ ਸਾਜ ਸਨ ਜਿਹਦੇ ਨਾਲ ਗੁਰੂ ਸਾਹਿਬ ਨੇ ਆਸਾ ਦੀ ਵਾਰ ਦਾ ਕੀਰਤਨ ਰਬਾਬ ਜਿਹੜੀ ਦੇ ਨਾਲ ਕੀਤਾ ਸੀ। ਇਹ ਰਬਾਬ ਅੱਜ ਵੀ ਫਤਿਹਗੜ੍ਹ ਸਾਹਿਬ ਦੇ ਕੋਲ ਇੱਕ ਨਗਰ ਹੈ, ਮੈਨੂੰ ਪਿੰਡ ਦਾ ਨਾਮ ਹੁਣ ਵਿਸਰ ਗਿਆ, ਉੱਥੇ ਉਹ ਰਬਾਬ ਤੇ ਇੱਕ ਦਸਮ ਗ੍ਰੰਥ ਸਾਹਿਬ ਦਾ ਸਰੂਪ, ਇਹ ਉਸ ਪਰਿਵਾਰ ਨੂੰ ਗੁਰੂ ਸਾਹਿਬ ਨੇ ਕਿਤੇ ਬਖਸ਼ਿਆ ਸੀ। ਇਹ ਰਬਾਬ ਨਾਲ ਸੀ, ਮਹਾਰਾਜ ਨੇ ਜਦੋਂ ਨਿਕਲੇ ਉਸ ਰਬਾਬ ਨਾਲ ਗੁਰੂ ਸਾਹਿਬ ਨੇ ਕੀਰਤਨ ਕੀਤਾ ਸੀ ਆਸਾ ਦੀ ਵਾਰ। ਤਾਂ ਉਹ ਕਾਹਦੇ ਵਾਸਤੇ ਰਬਾਬ ਰੱਖੀ ਹੋਈ ਹੈ? ਜਿਵੇਂ ਬੱਚੇ ਨੇ, ਮੈਂ ਇੱਕ ਬੇਨਤੀ ਕਰਾਂਗਾ, ਉਪਰਾਲਾ ਸਾਰੇ ਪਿੰਡਾਂ ਵਿੱਚ ਹੋ ਰਿਹਾ, ਤੁਸੀਂ ਬੱਚਿਆਂ ਨੂੰ ਦਸਤਾਰਾਂ ਸਜਾਈਆਂ ਨੇ,
ये बारी बारी ਸਰੂਪ है, जलाओ बड़ा चंगा है, पर मैं बेनती करांगा इन्हां नूं सिमरन की लहर चलाओ पिंड दे विच, रोज़ सिमरन होवे और गुरबाणी की संथਿਆ हो। ਜਿਹੜੇ ਸਾਡੇ ਗ੍ਰੰਥੀ ਸਿੰਘ ਨੇ, मैं कहना ਹੁੰਦਾ हर एक पिंड ਵਿੱਚ ਜਾ ਕੇ ਜਦੋਂ ਵੀ ਧਿਆਨ ਵਿੱਚ ਆ ਹੀ ਜਾਂਦਾ ਤਕਰੀਬਨ ਵੀ ਜ਼ਿਆਦਾ ਨਹੀਂ ਤਾਂ ਪਿੰਡ ਦੇ ਹਰ ਇੱਕ ਜੀ ਨੂੰ ਜਪਜੀ ਸਾਹਿਬ ਦੀ ਸੰਥਿਆ ਜ਼ਰੂਰ ਆਉਂਦੀ ਹੋਣੀ ਚਾਹੀਦੀ ਵੀ ਜਪਜੀ ਸਾਹਿਬ ਦਾ ਉਚਾਰਨ ਕਿਵੇਂ ਕਰਨਾ। ਅਸੀਂ ਕਹਿੰਦੇ ਹਾਂ ਸਾਨੂੰ ਆਉਂਦਾ ਜਪਜੀ ਸਾਹਿਬ, ਉਹ ਸਾਨੂੰ ਵੀ ਆਉਂਦਾ ਸੀ ਜਦੋਂ ਅਸੀਂ ਘਰ ਵਿੱਚ ਪੜ੍ਹੇ ਸੀ ਨਾ, ਤੇ ਜਦੋਂ ਆ ਕੇ ਉਸਤਾਦਾਂ ਦੇ ਕੋਲ ਬੈਠੇ ਉਹ ਕਹਿੰਦੇ ਸੁਣਾ, ਅਸੀਂ ਬੜੇ ਆਕੜ ਕੇ ਕਹਿੰਦੇ ਉਹ ਜਪਜੀ ਸਾਹਿਬ ਦੇ ਸਾਡੇ ਘਰ ਵਿੱਚ ਤੇ ਅੰਜ ਅਸੀਂ ਤੇ ਪੁਰਾਣੇ ਸਿੱਖ ਹਾਂ। ਸਾਧ ਸੰਗਤ ਜੀ ਜਿਹੜੀ ਚੀਜ਼ ਸਿੱਖੀ ਹੁੰਦੀ ਉਹ ਹੋਰ ਹੁੰਦੀ, ਆਪਾਂ ਆਪੇ ਕਰ ਲੈਂਦੇ ਹੋਰ ਹੁੰਦੀ ਹੈ। ਉਹ ਮੈਂ ਜਿੱਥੇ ਪੜ੍ਹਦਾ ਸੀ ਕਹਿੰਦਾ ਸਾਡੇ ਦਾਦਾ ਵੀ ਪਾਠ ਕਰਦਾ ਸੀ, ਪੜਦਾਦਾ ਵੀ, ਸਾਰੇ ਜੀ ਕਰਦੇ, ਮੈਂ ਤੇ ਸਾਨੂੰ ਤਾਂ ਲੋੜ ਹੀ ਨਹੀਂ। ਉਹ ਉਸਤਾਦ ਜੀ ਕਹਿੰਦੇ ਵੀ ਦੱਸ ਜਪਜੀ ਸਾਹਿਬ ਸੁਣਾ, ਕਹਿੰਦੇ ਜਪਜੀ ਸਾਹਿਬ ਤਾਂ ਬੜੇ ਚਿਰ ਦੇ ਕਰਨੇ, ਕਹਿੰਦੇ ਸੁਣਾ ਤਾਂ ਸਹੀ, ਇਹ ਕਿਉਂ ਕਾਰ ਤਾਂ ਸੁਣਾ। ਉਹ ਕਹਿੰਦਾ ਇੱਕ ਮਕਾਰ, ਕਹਿੰਦੇ ਕਿੱਥੋਂ ਸਿੱਖਿਆ, ਕਹਿੰਦੇ ਸਿੱਖਣ ਦੀ ਲੋੜ ਹੀ ਨਹੀਂ ਪਈ, ਇਹ ਤਾਂ ਸਾਡੇ ਅਸੀਂ ਸਾਰਾ ਕੁਝ ਸਿੱਖ ਕੇ ਕਰਨੇ ਆ, ਰੱਬ ਦਾ ਰਸਤਾ ਅਸੀਂ ਬਿਨਾਂ ਸਿੱਖਣ ਤੋਂ ਕਰਨੇ। ਜਦ ਕਿ ਬਾਣੀ ਕਹਿੰਦੀ ਕਿ ਜਨਮ ਮਰਨ ਕੀ ਟੇਕ ਸਿੱਖੋ ਸ਼ਬਦ ਪਿਆਰਿਓ, ਸ਼ਬਦ ਸਿੱਖੋ, ਸ਼ਬਦ ਦਾ ਗੁਰਬਾਣੀ ਨੂੰ ਸਿੱਖਿਆ ਕਰੋ। ਸ਼ਬਦ ਨੂੰ ਅਸੀਂ ਨਹੀਂ ਸਿੱਖਦੇ, ਅਸੀਂ ਬੱਚੇ ਨੂੰ ਕਿਸੇ ਦੂਜੇ ਘਰ ਵਿੱਚ ਭੇਜਣਾ ਹੁੰਦਾ ਤੇ ਇਹ ਯਤਨ ਹੁੰਦਾ ਪਹਿਲਾਂ, ਹੁਣ ਤਾਂ ਇਹ ਵੀ ਘਟ ਗਿਆ। ਪਹਿਲਾਂ ਇਹ ਹੁੰਦਾ ਸੀ ਵੀ ਇਹਨੂੰ ਰੋਟੀ ਚੰਗੀ ਪਕਾਉਣੀ ਆਉਂਦੀ ਹੋਵੇ, ਸਬਜ਼ੀ ਬਣਾਉਣੀ, ਕੱਪੜੇ ਸਿਉਂ ਲਵੇ। ਹੁਣ ਬਹੁਤੇ ਆਪਣੇ ਕੱਪੜੇ ਸਿੰਘਾਂ ਦੇ ਕਿਤੇ ਨਾ ਕਿਤੇ ਉਧੜੇ ਹੁੰਦੇ ਨੇ, ਉਸ ਤਰ੍ਹਾਂ ਵਿਚਾਰੇ ਲਈ ਫਿਰਦੇ ਨੇ। ਕਿਉਂ? ਹੁਣ ਹੱਥੀਂ ਕੰਮ ਕਰਨਾ ਤੇ ਬੰਦ ਹੀ ਹੋ ਗਿਆ ਘਰਾਂ ਦੇ ਵਿੱਚ। ਕੋਈ ਘਰ ਜਿੱਥੇ ਕੋਈ ਸਿਲਾਈ ਮਸ਼ੀਨ ਦੀ ਗੱਲ ਕਿਤੇ ਸਿਖਾਈ ਜਾਂਦੀ ਹੋਵੇ, ਨਹੀਂ ਤਾਂ ਹੁਣ ਤਾਂ ਆ ਜਿਹੜਾ ਇੰਟਰਨੈਟ ਇਹਨੇ ਸਾਰੀਆਂ ਚੀਜ਼ਾਂ ਮੰਨ ਲਈਆਂ, ਸਾਰਾ ਟਾਈਮ ਇਹਦੇ ਤੇ ਲਾ ਦਿੰਦੇ। ਇਹ ਸਾਰਿਆਂ ਨੂੰ ਹੁੰਦਾ, ਹਰ ਇੱਕ ਨੂੰ ਹੁੰਦਾ, ਵੱਡਿਆਂ ਛੋਟਿਆਂ ਨੂੰ ਨਹੀਂ, ਵੱਡਿਆਂ ਨੂੰ ਵੀ ਆਉਂਦਾ। ਤਾਂ ਇਹ ਗੁਰਬਾਣੀ ਨੂੰ ਸਿੱਖਣਾ, ਗੁਰੂ ਸਾਹਿਬ ਦਾ ਇਹ ਹੁਕਮ ਹੈ ਸਾਨੂੰ ਕਿ ਜਪਜੀ ਸਾਹਿਬ ਦੀ ਸੰਥਿਆ ਘੱਟੋ ਘੱਟ ਜ਼ਰੂਰ ਕੀਤੀ। ਤੇ ਗੁਰੂ ਸਾਹਿਬ ਕਹਿੰਦੇ ਕਿ ਮੇਰਾ ਖਾਲਸਾ ਉਹ ਹੈ, ਮੈਂ ਤਲਵਾਰ ਉਹਨੂੰ ਫੜਾਈ ਹੈ ਜਿਹਦੇ ਮੂੰਹ ਤੇ ਨਾਮ ਹੈ ਪਰਮਾਤਮਾ ਦਾ, ਜਿਹਦੀ ਰਸਨਾ ਤੇ ਨਾਮ ਹੈ। ਤਲਵਾਰ ਤੇ ਸਮੇਂ ਦੀ ਇੱਕ ਲੋੜ ਹੈ, ਉਹ ਅੰਦਰ ਜਦੋਂ ਰਸ ਆਵੇਗਾ ਨਾ ਤੁਹਾਨੂੰ, ਫਿਰ ਤੁਹਾਨੂੰ ਪਤਾ ਲੱਗੇਗਾ ਪੱਗ ਕਾਹਦੇ ਵਾਸਤੇ ਬੰਨੀ ਹੈ। ਫਿਰ ਤੁਹਾਨੂੰ ਪਤਾ ਲੱਗੇਗਾ ਕੇਸ ਦਾੜੇ ਮੁਸ਼ਹਿਰਾ ਇਹ ਪੰਜ ਕਕਾਰ ਬਾਹਰ ਸਾਡਾ ਸਰੂਪ ਕਿਉਂ ਹੈ, ਕਿਉਂਕਿ ਉਹਦਾ ਜਦੋਂ ਸਰੂਰ ਚੜ੍ਹੇਗਾ ਨਾ ਅੰਦਰੋਂ, ਤੇ ਫਿਰ ਤੁਹਾਨੂੰ ਸਿੱਖੀ ਮਿਲਣੀ ਹੈ। ਨਹੀਂ ਤਾਂ ਤੁਸੀਂ ਡੋਲ ਜਾਓਗੇ ਕਿਸੇ ਵੀ ਮੋੜ ਤੇ, ਵੀ ਤੁਸੀਂ ਕਹੋਗੇ ਵੀ ਇਹ ਤਾਂ ਇੱਕ ਮਤਲਬ ਮਾਂ ਪਿਓ ਨੇ ਧੱਕੇ ਨਾਲ ਸਾਡੇ ਉੱਤੇ ਮੜ ਦਿੱਤਾ ਧਰਮ। ਇਹ ਬੜੀ ਸਮੱਸਿਆ ਹੁੰਦੀ ਹੈ। ਜਿਵੇਂ ਛੋਟੇ ਬੱਚੇ ਨੇ ਨਾ, ਛੋਟੇ ਬੱਚੇ ਤਾਂ ਹੁਣ ਬੈਠੇ ਵੇਖੋ ਵਿਚਾਰੇ ਪੱਗਾਂ ਬੰਨੀਆਂ ਨੇ, ਆ ਇੱਕ ਦੋ ਤੇ ਵਿਚਾਰੇ ਤੰਗ ਬਹੁਤ ਹੋਏ, ਮੈਨੂੰ ਦਿਸਦੇ ਵੀ ਉਹ ਇਹ ਬੱਚੇ ਨੇ। ਹੁਣ ਇਹਨਾਂ ਨੇ ਤਾਂ ਆਉਣਾ ਜੇ ਇਹਨਾਂ ਨੂੰ ਸਵੇਰੇ ਉੱਠ ਕੇ ਗਿਆ ਵੀ ਬੇਟਾ ਇੱਥੇ ਬੈਠ ਜਾ ਤੇ ਬੋਲ ਵਾਹਿਗੁਰੂ, 10 ਮਿੰਟ ਬੋਲ, ਫਿਰ 15 ਮਿੰਟ, ਫਿਰ 20 ਮਿੰਟ, ਹੌਲੀ ਹੌਲੀ। ਫਿਰ ਉਹਨੂੰ ਕਹਿਣਾ ਵੀ ਅੰਦਰ ਖਿਆਲ ਜਿਹੜੇ ਨੇ ਉਹ ਬੰਦ ਕਰ, ਜਿੱਥੇ ਖਿਆਲ ਹੁੰਦੇ ਨੇ ਉੱਥੇ ਨਾਮ ਜਪ, ਉੱਥੇ ਵਾਹਿਗੁਰੂ ਬੋਲ। ਤਾਂ ਫਿਰ ਅੰਦਰੋਂ ਇੱਕ ਖਾਸ ਤਰ੍ਹਾਂ ਦੀ ਜਿਹੜੀ ਉਹ ਕਿਰਿਆ ਕੰਮ ਹੈ ਜਿਹੜਾ, ਉਹਦੇ ਵਿੱਚੋਂ ਆਨੰਦ ਆਉਣਾ ਸ਼ੁਰੂ ਹੋਵੇਗਾ। ਤੇ ਫਿਰ ਉਹਨੂੰ ਛੱਡਣ ਨੂੰ ਚਿੱਤ ਨਹੀਂ ਕਰੇਗਾ। ਤੇ ਫਿਰ ਪਤਾ ਲੱਗੇਗਾ ਕਿ ਕਿਉਂ ਕਹਿੰਦੇ ਸੀ ਭਗਤ ਪ੍ਰਹਿਲਾਦ ਜੀ, ਨਹੀਂ ਛੋਡੂ ਰੇ ਬਾਬਾ ਰਾਮ ਨਾਮ, मेरो और पढ़न से ना ही काम। फिर पता लगेगा ਇਹਦੇ ਵਿੱਚ ਰਸ ਹੈ। ਤਾਂ ਕਲਗੀਧਰ ਪਾਤਸ਼ਾਹ ਕਹਿੰਦੇ ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇਵ। ਕਹਿੰਦੇ ਉਹ ਹੀ ਦੇਵਤਾ ਹੈ, ਹੋਰ ਕਿਸੇ ਦੇਵਤੇ ਦੀ ਲੋੜ ਨਹੀਂ ਰਹੀ। ਪਰ ਜਿਨੇ ਆਤਮਕ ਰਸ ਜਾਣਿਆ ਤਾਂ ਉਹਦੇ ਮੂੰਹ ਦੇ ਉੱਤੇ ਨਾਮ ਹੈ, ਧਨ ਜੀਓ ਤੇ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੈ। ਹੁਣ ਚਿੱਤ ਦੇ ਵਿੱਚ ਯੁੱਧ ਦੀ ਬਿਰਤੀ ਹੋਣੀ ਚਾਹੀਦੀ ਖਾਲਸੇ ਦੇ। ਬਾਹਰੀ ਤੌਰ ਤੇ ਮੁੱਖ ਤੌਰ ਤੇ ਜਿਹੜਾ ਯੁੱਧ ਕਰਨਾ ਹੈ
ਉਹ ਕਰਨਾ ਸਾਧ ਸੰਗਤ ਜੀ ਮਨ ਦੇ ਨਾਲ ਸੰਘਰਸ਼ ਕਰਨਾ ਹੈ ਤੇ ਗੁਰੂ ਕੀ ਮੱਤ ਦੇ ਨਾਲ ਮਿੱਤਰਤਾ ਪਾਉਣੀ ਹੈ। ਦੋ ਵਿਚਕਾਰ ਖੜਾ ਸਿੱਖ। ਇੱਕ ਪਾਸੇ ਮਨ ਹੈ, ਹੁਣ ਮਨ ਦੇ ਨਾਲ ਸੰਘਰਸ਼ ਕਰਨਾ, ਇਹ ਪਹਿਲੀ ਲੜਾਈ ਹੈ ਸਿੱਖ ਦੀ। ਸ਼ੁਰੂਆਤ ਮਨ ਤੋਂ ਆਜ਼ਾਦੀ ਹਾਸਲ ਕਰਨੀ। ਜਿਹੜਾ ਖਾਲਸਾ ਹੈ ਨਾ, ਖਾਲਸੇ ਦਾ ਮਤਲਬ ਆਜ਼ਾਦ ਹੈ। ਕਿਹਦੇ ਤੋਂ? ਮਨ ਤੋਂ ਆਜ਼ਾਦ ਹੈ। ਉਹ ਆਤਮਿਕ ਸ਼ਹਿਜ਼ਾਦਾ ਹੈ, ਆਤਮਿਕ ਬਾਦਸ਼ਾਹ ਹੈ। ਜੀਵਨ ਦੇ ਵਿੱਚ ਬੰਦੇ ਨੂੰ ਦੁੱਖ ਹੀ ਮੰਨਦਾ, ਹੋਰ ਕਿਸੇ ਚੀਜ਼ ਦਾ ਦੁੱਖ ਹੈ ਹੀ ਨਹੀਂ। ਦੁਖੀ ਆਪਾਂ ਹੈ ਹੀ ਤਾਂ। ਦੁਖੀ ਕਿਉਂ ਆ? ਮਨ ਕਰਕੇ ਆ ਚੀਜ਼ ਸੋਚੀ ਸੀ, ਉਸ ਤਰ੍ਹਾਂ ਹੋਈ ਨਹੀਂ, ਹੁਣ ਮਨ ਦੁਖੀ ਕਰਦਾ ਪਿਆ। ਉਦਮ ਕਰਨਾ ਜ਼ਰੂਰ ਹੈ ਕੰਮ ਕਰਨ ਲਈ, ਕਿਸੇ ਵੀ ਕੰਮ ਲਈ ਬੈਲੈਂਸ ਕੀਤਾ ਗੁਰੂ ਸਾਹਿਬ ਨੇ। ਕਹਿੰਦੇ ਕਿਰਤ ਕਰ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਕਰ ਇਹਨੂੰ, ਉਦਮ ਕਰ। ਕੋਈ ਵੀ ਕੰਮ ਹੈ, ਪੜ੍ਹਾਈ ਹੈ, ਪੜ੍ਹਾਈ ਦੇ ਵਿੱਚ ਮਿਹਨਤ ਕਰ, ਪੜ੍ਹਾਈ ਵਿੱਚ ਮਿਹਨਤ ਕਰ, ਪਰ ਅਰਦਾਸ ਨਾ ਛੱਡੀ। ਪੜ੍ਹਾਈ ਨੇ ਵੀ ਕਰਕੇ ਤਾਂ ਤੈਨੂੰ ਫਲ ਦੇਣਾ ਜੇ ਤੇਰੀ ਗੁਰੂ ਨੇ ਸਹਾਇਤਾ ਕੀਤੀ ਤਾਂ। ਕਈ ਵਾਰੀ ਆਪਾਂ ਅੱਜ ਕੱਲ੍ਹ ਹੁਣ ਇੱਕ ਪਾਸੇ ਦਾ ਪੱਖ ਲੈ ਲੈਂਦੇ ਹਾਂ ਕਿ ਉਦਮ ਨਾਲ ਤੇ ਸਾਡੀ ਮਿਹਨਤ ਨਾਲ ਹੀ ਸਾਰਾ ਕੁਝ ਹੋਣਾ ਹੈ, ਤੇ ਜਾਂ ਦੂਜਾ ਪੱਖ ਲੈ ਲੈਂਦੇ ਹਾਂ ਵੀ ਉਦਮ ਕਰਨ ਦੀ ਲੋੜ ਨਹੀਂ, ਮਤਲਬ ਆਪੇ ਹੀ ਹੋ ਜਾਣਾ। ਦੋਵੇਂ ਪੱਖ ਇਕੱਠੇ ਲੈਣੇ ਨੇ। ਜੇ ਇਹ ਵੀ ਕਹਿਣਾ ਵੀ ਸੱਚੇ ਪਾਤਸ਼ਾਹ ਮੈਂ ਜਿੰਨੀ ਬੁੱਧ ਮੈਨੂੰ ਤੁਸੀਂ ਦਿੱਤੀ ਸੀ, ਮੈਂ ਆਪਣੀ ਮਿਹਨਤ ਕਰ ਲਈ ਹੈ, ਜਿੰਨੇ ਕੁ ਮੈਨੂੰ ਤੁਸੀਂ ਬਲ ਦਿੱਤਾ ਸੀ ਮੈਂ ਓਨਾ ਹਿੰਮਤ ਕਰ ਲਈ ਹੈ, ਹੁਣ ਸਹਾਇਤਾ ਤੁਸਾਂ ਕਰਨੀ ਹੈ। ਕਈ ਪ੍ਰਚਾਰਕਾਂ ਨੇ ਗਲਤੀ ਕੀਤੀ ਪਿੱਛੇ। ਉਹ ਕਹਿੰਦੇ ਤੁਸੀਂ ਆਪ ਹੀ ਰੱਬ ਹੋ, ਤੁਸੀਂ ਜੋ ਕੁਝ ਕਰਨਾ ਉਹ ਹੀ ਹੋਣਾ। ਬੜੀ ਤਰਸ ਆਉਂਦਾ ਉਹਨਾਂ ਤੇ, ਬੜਾ ਦੁੱਖ ਵੀ ਆਉਂਦਾ ਵੀ ਫਿਰ ਇਹਨਾਂ ਇੰਨੇ ਲੋਕ ਵੀ ਸੁਣਦੇ ਨੇ ਵੀ ਇਹਨੇ ਲੋਕਾਂ ਨੂੰ ਗੁੰਮਰਾਹ ਵੀ ਕਰਨਗੇ, ਗੁਰਬਾਣੀ ਤੋਂ ਦੂਰ ਲੈ ਕੇ ਜਾ ਰਹੇ ਨੇ। ਉਹ ਬਾਣੀ ਇਹਨਾਂ ਕਹਿੰਦੇ ਫਿਰ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਪੜ੍ਹਿਆ ਤਾਂ ਹੈ ਨਹੀਂ, ਜਦੋਂ ਸੁਣ ਹੀ ਲੈਂਦੇ ਕਿਸੇ ਤੋਂ। ਜਦੋਂ ਬਾਣੀ ਇਹ ਕਹਿੰਦੀ ਹੈ ਕਿ ਇੱਕ ਤੁਕ ਮੈਂ ਤੁਹਾਨੂੰ ਸੁਣਾ ਦੇਣਾ ਕਬੀਰ ਜੀ ਦੀ ਬਾਣੀ ਦੇ ਵਿੱਚੋਂ। ਕਬੀਰ ਕਾਰਨ ਵਪਰਾ ਕਿਆ ਕਰੈ, ਜੋ ਰਾਮ ਨਾ ਕਰੈ ਸਹਾਇ। ਕਹਿੰਦੇ ਜਿਹੜਾ ਤੂੰ ਉਪਰਾਲਾ ਕਰ ਰਿਹਾ ਨਾ ਕਾਰਨ, ਉਹ ਕੀ ਕਰੇਗਾ ਜੇ ਰੱਬ ਨੇ ਸਹਾਇਤਾ ਨਾ ਕੀਤੀ ਤਾਂ? ਉਹਦੀ ਸਹਾਇਤਾ ਦੀ ਬੜੀ ਲੋੜ ਹੈ। ਕਾਰਨ ਵਪਰਾ ਕਿਆ ਕਰੇ ਜੋ ਰਾਮ ਨਾ ਕਰੈ ਸਹਾਏ। ਜਿਹੇ ਜਿਹੇ ਡਾਲੀ ਪੱਗ ਧਰੋਂ ਸੋਈ ਮੁਰ ਮੁਰ ਜਾਏ। ਕਹਿੰਦੇ ਜਿਹੜੀ ਟਹਿਣੀ ਤੇ ਪੈਰ ਰੱਖ ਰਿਹਾ ਉਹ ਹੀ ਮੁੜ ਜਾਂਦੀ ਹੈ, ਜਿਹੜਾ ਉਪਰਾਲਾ ਕਰਨਾ ਉਹ ਵਿੱਚ ਹੀ ਰਹਿ ਜਾਂਦਾ। ਹੁਣ ਅਰਦਾਸ ਦੀ ਲੋੜ ਹੈ। ਕਦੀ ਵੀ ਨਾ ਕਿਸੇ ਵਿਚਾਰਧਾਰਾ ਦਾ ਇੱਕ ਪੱਖ ਨਹੀਂ ਹੁੰਦਾ। ਇੱਥੇ ਅਸੀਂ ਗਲਤੀ ਖਾ ਗਏ। ਹਾਂ, ਜਿਹੜੀਆਂ ਮਾਰਕਸ ਦੀਆਂ ਵਿਚਾਰਧਾਰਾ ਨੇ ਜਾਂ ਲੈਨਨ ਦੀਆਂ ਨੇ, ਜਿਹੜੇ ਇਹ ਵਿਚਾਰਧਾਰਕ ਹੋਏ ਨੇ ਜਿਨ੍ਹਾਂ ਨੇ ਕਮਿਊਨਿਸਟ ਸਿਸਟਮ ਸ਼ੁਰੂ ਕੀਤਾ ਹੈ, ਸਾਡੇ ਉੱਤੇ ਵੀ, ਸਾਡੇ ਪੰਜਾਬ ਦੇ ਉੱਤੇ ਵੀ, ਅੱਜ ਵੀ ਕਿਸਾਨਾਂ 'ਤੇ ਵੀ ਉਹਦਾ ਪ੍ਰਭਾਵ ਹੈ। ਉਹ ਇੱਕ ਪੱਖ ਦੀ ਗੱਲ ਕਰਦਾ ਵੀ ਇੰਝ ਕਰੋ ਤੇ ਇੰਝ ਹੀ ਕਰੋ ਬਸ। ਬਾਣੀ ਨਹੀਂ ਇਹਨੂੰ ਮੰਨਦੀ। ਬਾਣੀ ਕਹਿੰਦੀ ਹੋਰ ਵੀ ਚੀਜ਼ਾਂ ਹੈ ਇਹਦੇ ਨਾਲ। ਉਹ ਸੌਖਾ ਲੱਗੇਗਾ, ਜਲਦੀ ਪ੍ਰਭਾਵਿਤ ਹੋ ਜਾਏਗਾ, ਕਿਉਂਕਿ ਬੰਦਾ ਕਹੇਗਾ ਇੱਕ ਕੰਮ ਕਰਨਾ ਵੀ ਆਪਾਂ ਆਪਣੇ ਹੱਥਾਂ ਨਾਲ ਆਪ ਹੀ ਕੰਮ ਕਰਨਾ ਤੇ ਆਪ ਹੀ ਕਰਨਾ, ਤੇ ਗੱਲ ਖਤਮ ਹੋ ਗਈ। ਇੱਕ ਤਾਂ ਸਟਰੋਂਗ ਤਾਂ ਹੋਏਗਾ ਜ਼ਰੂਰ, ਪਰ ਉਹ ਅਧੂਰਾ ਹੈ, ਕਿਉਂਕਿ ਉੱਪਰ ਵਾਲਾ ਬੈਠਾ ਹੈ। ਮਨੁੱਖ ਦੀ ਸਾਰੀ ਮਰਜ਼ੀ ਨਹੀਂ ਚੱਲ ਸਕਦੀ, ਜੋ ਉਹਨੇ ਕਰਨਾ। ਇਸ ਲਈ ਮਹਾਰਾਜ ਕਹਿੰਦੇ ਭਾਣਾ ਹੁਕਮ। ਕਲਗੀਧਰ ਪਾਤਸ਼ਾਹ ਜੀ ਨੂੰ ਵੀ ਜਦੋਂ ਕੋਈ ਪੁੱਛਦਾ ਹੈ ਕਿ ਸਾਹਿਬਜ਼ਾਦੇ ਸ਼ਹੀਦ ਹੋ ਗਏ, ਇਹ ਸਾਰਾ ਕੁਝ, ਤਾਂ ਮਹਾਰਾਜ ਕਹਿੰਦੇ ਭਾਣਾ ਹੈ, ਹੁਕਮ ਦੇ ਵਿੱਚ ਚੱਲ ਰਿਹਾ। ਪਰ ਉਦਮ ਕਰਨਾ ਨਹੀਂ ਛੱਡਣਾ। ਉਦਮ ਸਿੱਖ ਦਾ ਕੰਮ, ਸਹਾਇਤਾ ਅਕਾਲ ਪੁਰਖ ਨੇ ਕਰਨੀ ਹੈ। ਇਸੇ ਕਰਕੇ ਜਦੋਂ ਕਲਗੀਧਰ ਪਾਤਸ਼ਾਹ ਅਕਾਲ ਪੁਰਖ ਤੋਂ ਸਹਾਇਤਾ ਦੀ ਮੰਗ ਕਰਦੇ ਨੇ ਕਿ ਮੈਂ ਪੰਥ ਚਲਾਉਣ ਲੱਗਾ ਤੇ ਪੰਥ ਤੇਰਾ ਹੈ, ਸਹਾਇਤਾ ਤੂੰ ਕਰਨੀ ਹੈ ਤਾਂ ਚੱਲਣਾ। ਫਿਰ ਮੰਗਦੇ ਵੀ ਨੇ, ਹੇ ਰੱਬ, ਹੇ ਸੱਸ, ਹੇ ਕਰੁਣਾ ਨਿਧ, ਮੇਰੀ ਅਭੈ ਬਿਨਤੀ ਸੁਣ ਲੀਜੈ। ਰੱਬ ਦਾ ਅਰਥ ਸੂਰਜ, ਸੱਸ ਚੰਦਰਮਾ। ਇੱਥੇ ਹੁਣ ਅੱਜ ਕੀ ਹੋਇਆ, ਸਟੱਡੀ ਨਹੀਂ ਰਹੀ ਸਾਡੇ ਕੋਲ। ਇਹ ਸ਼ਬਦ ਅਸੀਂ ਤਾਂ ਖੰਡਨ ਕਰ ਦਿੰਦੇ ਹਾਂ ਵੀ ਰੱਬ ਤੇ ਸੱਸ ਤੋਂ ਗੁਰੂ ਸਾਹਿਬ ਥੋੜ੍ਹੀ ਮੰਗ ਸਕਦੇ ਨੇ।
ਉੱਥੇ ਉਸਤਾਦ ਦੀ ਲੋੜ ਪੈ ਗਈ। ਉਸਤਾਦ ਦੱਸੇਗਾ ਵੀ ਇੱਥੇ ਸੂਰਜ ਤੋਂ ਨਹੀਂ ਮੰਗਿਆ, ਇੱਥੇ ਚੰਦਰਮਾ ਤੋਂ ਨਹੀਂ ਮੰਗਿਆ, ਇੱਥੇ ਸੂਰਜ ਤੇ ਚੰਦਰਮਾ ਦੇ ਗੁਣਵਾਚਕ ਨਾਮ ਵਰਤੇ ਨੇ ਵੀ ਰੱਬ ਇਸ ਤਰ੍ਹਾਂ ਦਾ ਸੂਰਜ ਵਰਗਾ ਤੇ ਚੰਦਰਮਾ ਵਰਗਾ। ਸੂਰਜ ਦੇ ਵਿੱਚ ਸੂਰਜ ਸਾਰਿਆਂ ਨੂੰ ਹਰਕਤ ਦਿੰਦਾ ਹੈ, ਸੂਰਜ ਦੇ ਨਾਲ ਫਸਲਾਂ ਫੁੱਲਦੀਆਂ ਫਲਦੀਆਂ ਨੇ, ਸੂਰਜ ਦੇ ਨਾਲ ਸਾਰਾ ਬ੍ਰਹਿਮੰਡ ਚੱਲਦਾ ਹੈ। ਇਹ ਉਹਦਾ ਗੁਣਵਾਚਕ ਨਾਮ ਦਿੱਤਾ ਕਿ ਇਹ ਅਕਾਲ ਪੁਰਖ, ਜਿਵੇਂ ਸਾਰੇ ਬ੍ਰਹਿਮੰਡ ਦਾ ਕੇਂਦਰ ਸੂਰਜ ਹੈ, ਇਸ ਤਰ੍ਹਾਂ ਸਾਰੀ ਸ੍ਰਿਸ਼ਟੀ ਦਾ ਕੇਂਦਰ ਤੂੰ ਹੈ। ਤੇਰੇ ਤੋਂ ਸ਼ਕਤੀ ਲੈ ਕੇ ਸਾਰੇ ਹਰਕਤ ਵਿੱਚ ਆਉਂਦੇ ਨੇ, ਤਾਂ ਉਹਨੂੰ ਰੱਬ ਕਿਹਾ ਹੈ। ਤੇ ਸੱਸ ਮੈਨੇ ਸੱਸ ਦੀ ਜਿਹੜੀ ਚੰਦਰਮਾ ਜਿਹੜਾ ਹੈ, ਚੰਦਰਮਾ ਦੀਆਂ ਜਿਹੜੀਆਂ ਕਿਰਨਾਂ ਨੇ ਉਹ ਹਰ ਇੱਕ ਚੀਜ਼ ਵਿੱਚ ਰਸ ਭਰਦੀਆਂ ਨੇ, ਜਿੰਨੀਆਂ ਫਸਲਾਂ ਨੇ ਉਹਦੇ ਵਿੱਚ ਰਸ ਭਰਦੀਆਂ, ਤਾਂ ਇਹ ਉਹਦੇ ਗੁਣਵਾਚਕ ਨਾਮ ਵਰਤੇ ਨੇ। ਜਾਪ ਸਾਹਿਬ ਵਿੱਚ ਉਹਦੇ ਗੁਣਵਾਚਕ ਨਾਮ ਵਰਤੇ ਨੇ, ਦਸਮ ਗ੍ਰੰਥ ਸਾਹਿਬ ਵਿੱਚ ਉਹਦੇ ਗੁਣਵਾਚਕ ਨਾਮ ਵਰਤੇ ਨੇ। ਅੱਗੋਂ ਇਹਨਾਂ ਨੇ ਦੇਵੀ ਦੇਵਤੇ ਬਣਾ ਲਏ, ਉਹਨਾਂ ਦੀ ਪੂਜਾ ਕਰਨ ਲੱਗ ਪਏ। ਇਹ ਇੱਕ ਅਲੱਗ ਤੋਂ ਸੀ, ਭੁਲੇਖਾ ਸੀ। ਇਹ ਪਰਮਾਤਮਾ ਦੇ ਗੁਣਵਾਚਕ ਨਾਮ ਨੇ। ਭਗਉਤੀ ਜਿਹੜਾ ਜਿਹਦੀ ਬੜੀ ਦੁਬਿਧਾ ਪੈਂਦੀ, ਭਗਉਤੀ ਉਹਦਾ ਗੁਣਵਾਚਕ ਨਾਮ ਹੈ। ਭਗਉਤੀ ਉਹ ਸ਼ਕਤੀਸ਼ਾਲੀ ਹੈ। ਹੁਣ ਸ਼ਕਤੀ ਹੈ ਨਾ ਉਹਦੇ ਵਿੱਚ, ਭਗਉਤੀ ਵੀ ਸ਼ਕਤੀ ਹੈ। ਠੀਕ ਹੈ, ਸ਼ਾਂਤਮਈ ਰੋਸ ਸਿੰਘਾਂ ਦੇ ਵਿੱਚ ਜਿਹੜਾ ਸ਼ਾਂਤਮਈ ਸਿੱਖੀ ਦੇ ਵਿੱਚ ਹੈ। ਛੋਟੇ ਸਾਹਿਬਜ਼ਾਦੇ ਨੇ, ਉਹ ਜੰਗ ਲੜ ਰਹੇ ਨੇ, ਸ਼ਾਂਤਮਈ ਸ਼ਹੀਦੀ ਔਰ ਵਿਚਾਰਧਾਰਕ ਜੰਗ, ਵਿਚਾਰਧਾਰਾ ਵੀ ਉਹਨਾਂ ਦੇ ਵਿੱਚ। ਪਰ ਵੱਡੇ ਸਾਹਿਬਜ਼ਾਦੇ ਨੇ, ਉਹ ਤਲਵਾਰ ਫੜ ਕੇ ਜੰਗ ਵਿੱਚ ਲੜ ਰਹੇ ਨੇ। ਸ਼ਾਂਤਮਈ ਵੀ ਸ਼ਹੀਦੀ ਹੈ, ਪਰ ਜਿਹੜਾ ਕੰਮ ਤਲਵਾਰ ਨੇ ਨਿਬੇੜਨਾ, ਸਾਧ ਸੰਗਤ ਜੀ, ਤਲਵਾਰ ਨੇ ਨਿਬੇੜਨਾ। ਉਹ ਜਿਹੜਾ ਬਹੁਤਾ ਭੂਤਰ ਜਿਹਾ ਨਾ, ਜਿਹੜਾ ਜੋ ਮੂੰਹ ਆਵੇ ਮੈਂ ਬੋਲੀ ਹੀ ਜਾਣਾ, ਮੈਨੂੰ ਕਿਸੇ ਦੀ ਕੀ ਪਰਵਾਹ ਹੈ, ਮੈਂ ਤੇ ਜੋ ਆਇਆ ਬੋਲੀ ਜਾਣਾ, ਉਹਨੂੰ ਫਿਰ ਭਗਉਤੀ ਸਿੱਧਿਆਂ ਕਰਦੀ ਹੈ। ਸਭ ਕੁਝ ਕਰ ਦਿੰਦੀ, ਉਹ ਸਾਰੇ ਕੰਮ ਸਵਾਰ ਦਿੰਦੀ ਹੈ। ਤਾਂ ਉਹਦੇ ਗੁਣਵਾਚਕ ਨਾਮ ਨੇ ਅਕਾਲ ਪੁਰਖ ਵਾਹਿਗੁਰੂ ਦੇ। ਇਸ ਲਈ ਕਹਿੰਦੇ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ, ਹੇ ਰੱਬ, ਹੇ ਸੱਸ, ਹੇ ਕਰੁਣਾ ਨਿਧ, ਹੇ ਅਕਾਲ ਪੁਰਖ ਦਇਆ ਦੇ ਦਾਤੇ, ਮੇਰੀ ਅਬੈ ਬਿਨਤੀ ਸੁਣ ਲੀਜੈ, ਮੇਰੀ ਇੱਕ ਬੇਨਤੀ ਸੁਣ। ਔਰ ਨਾ ਮੰਗਤ ਹੂੰ ਤੁਮ ਤੇ ਕਛ, ਚਾਹਤ ਹੋ ਚਿੱਤ ਮੈਂ ਸੋਈ ਕੀਜੈ। ਤੁਹਾਡੇ ਤੋਂ ਮੈਂ ਹੋਰ ਕੁਝ ਨਹੀਂ ਮੰਗਦਾ, ਜੋ ਤੁਸੀਂ ਚਾਹੁੰਦੇ ਹੋ ਕਰੀ ਚੱਲੋ। ਕੀ ਮੰਗਦੇ ਨੇ ਫਿਰ? ਕਹਿੰਦੇ ਸੰਤ ਸਹਾਏ ਸਦਾ ਜਗ ਮਾਹੇ। ਇਹ ਉਹਨਾਂ ਦੀ ਵਾਸ਼ਨਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਇੱਛਾ ਹੈ ਕਿ ਸਾਧ ਪੁਰਸ਼ਾਂ ਦੀ ਸਹਾਇਤਾ ਕਰਾਂ ਮੈਂ ਦੁਨੀਆ ਦੇ ਵਿੱਚ। ਇਹ ਗੁਣ ਹੈ, ਔਰ ਅੰਮ੍ਰਿਤਧਾਰੀ ਸਿੰਘ ਦੇ ਵਿੱਚ ਵੀ ਇਹ ਗੁਣ ਹੈ। ਮਾੜੇ ਬੰਦੇ ਦੀ ਕਹਿ ਲਓ ਤੇ ਸਾਧੂ ਪੁਰਸ਼ ਦੀ ਕਹਿ ਲਓ, ਜਿਹੜਾ ਰੱਬ ਦੀ ਬੰਦਗੀ ਵਿੱਚ ਜੁੜਿਆ, ਉਹਦੀ ਸਹਾਇਤਾ ਕਰਨੀ। ਇਹ ਸਿੱਖੀ ਦਾ ਇੱਕ ਗੁਣ ਅੰਗ ਹੈ ਕਿ ਸਾਧੂ ਦੀ, ਨਾਮ ਜਪਣ ਵਾਲੇ ਦੀ ਯਥਾਯੋਗ ਸਹਾਇਤਾ ਕਰਨੀ, ਜਿਹੜਾ ਸਿਮਰਨ ਕਰਦਾ, ਕਿਸੇ ਵੀ ਮੱਤ ਵਿੱਚ ਹੋਵੇ, ਇਕੱਲੇ ਆਪਣੇ ਵਿੱਚ ਨਹੀਂ। ਹਾਂ, ਪਹਿਲਾਂ ਆਪਣੇ ਮੱਤ ਦਾ ਧਿਆਨ ਰੱਖੇ, ਇਹ ਫਰਜ਼ ਬਣਦਾ ਹੈ। ਕਿਸੇ ਵੀ ਮੱਤ ਵਿੱਚ ਹੋਵੇ, ਉਹ ਸਾਧੂ ਦੀ ਸਹਾਇਤਾ ਕਰਨੀ। ਸੰਤ ਸਹਾਏ ਸਦਾ ਜਗ ਮਾਹੇ, ਕਿਰਪਾ ਕਰ ਸ਼ਿਆਮ ਇਹ ਬਰ ਦੀਜੈ। ਸ਼ਸਤਰਨ ਸਿਉ ਅਤ ਹੀ ਰਣ ਭੀਤਰ, ਜੂਝ ਮਰੋਂ ਤੋ ਸਾਚ ਭਤੀਜੈ। ਇਹ ਮਹਾਰਾਜ ਦੀ ਇੱਕ ਇੱਛਾ ਹੈ ਕਿ ਸ਼ਸਤਰਾਂ ਦੇ ਨਾਲ ਮੈਂ ਸ਼ਹੀਦ ਹੋਵਾਂ। ਇਹ ਗੁਰੂ ਸਾਹਿਬ ਨੇ ਕੋਈ ਰੰਗ ਹੀ ਐਸਾ ਭਰਿਆ। ਉਹ ਆਪ ਵੀ ਚਾਹੁੰਦੇ ਨੇ ਕਿ ਮੈਂ ਮੰਜੀ ਤੇ ਪੈ ਕੇ ਨਾ ਸਰੀਰ ਛੱਡਾਂ, ਮੈਨੂੰ ਸ਼ਸਤਰਾਂ ਦੇ ਨਾਲ। ਸ਼ੁਕਰ ਕरेंगे जब मैं भी खंजर से मरूंगा। ਅੱਲਾ ਯਾਰ ਖਾਂ ਜੋਗੀ ਕਹਿੰਦਾ ਬਾਬਾ ਜੋਰਾਵਰ ਸਿੰਘ ਨੂੰ, ਬਾਬਾ ਜੁਝਾਰ ਸਿੰਘ ਨੂੰ ਗੁਰੂ ਸਾਹਿਬ ਕਹਿੰਦੇ ਕਿ ਮੈਂ ਸ਼ਹੀਦੀ ਪਾਉਣੀ ਚਾਹੁੰਦਾ ਸ਼ਸਤਰ ਦੇ ਨਾਲ। ਤਾਂ ਸਤਿਗੁਰੂ ਮਹਾਰਾਜ ਜੀ ਨੇ ਜਿਹੜੀ ਵਿਚਾਰਧਾਰਾ ਦਿੱਤੀ ਸੀ, ਉਹਦੀ ਮੈਂ ਗੱਲ ਕਰ ਰਿਹਾ ਵੀ ਜੰਗ ਹੋਏ ਕਿਉਂ ਨੇ। ਜੰਗ ਹੋਏ ਨੇ ਕਿਸੇ ਨੂੰ ਡਰਾਉਣਾ ਨਹੀਂ ਤੇ ਕਿਸੇ ਤੋਂ ਡਰਨਾ ਨਹੀਂ, ਕਿਸੇ ਨੂੰ ਆਪਣਾ ਹੱਕ ਦੇਣਾ ਨਹੀਂ ਤੇ ਕਿਸੇ ਦਾ ਹੱਕ ਖੋਹਣਾ ਨਹੀਂ। ਇਹ ਰੰਗ ਭਰੇ ਨੇ। ਜਦੋਂ ਇਹ ਹੋਇਆ, ਮਹਾਰਾਜ ਤੇ ਕਿਸੇ ਦੇ ਚੜ੍ਹ ਕੇ ਨਹੀਂ ਗਏ। ਆਪਣੇ ਕਿਲੇ ਵਿੱਚ ਅਨੰਦਪੁਰ ਸਾਹਿਬ ਦੇ ਕਿਲੇ ਤਿਆਰ ਕੀਤੇ ਗਏ।
ਤਾਂ ਉੱਥੇ 8 ਮਹੀਨੇ ਦਾ ਘੇਰਾ ਰਹਿੰਦਾ। ਥੋੜ੍ਹਾ ਜਿਹਾ ਇਤਿਹਾਸ ਇਹਨਾਂ ਦਿਨਾਂ ਦੇ ਨਾਲ ਸੁਮੇਲ ਖਾਂਦਾ, ਵਾਚਣਾ ਜ਼ਰੂਰੀ। 8 ਮਹੀਨੇ ਘੇਰਾ ਪਿਆ ਰਿਹਾ। ਇਹਦੇ ਤੋਂ ਪਹਿਲਾਂ ਜਿਹੜਾ ਉੱਥੇ ਅਨੰਦਪੁਰ ਸਾਹਿਬ ਦੇ ਵਿੱਚ ਸਾਧ ਸੰਗਤ ਜੀ, ਗੁਰੂ ਸਾਹਿਬ ਨੇ ਇੱਕ ਸੈਂਟਰ ਬਣਾਇਆ ਹੋਇਆ ਸੀ ਵਿੱਦਿਆ ਦਾ। ਕਵੀ ਰੱਖੇ ਸੀ, ਸਾਰੇ ਦੇਸ਼ ਦੇ ਕਵੀ ਉੱਥੇ ਇਕੱਠੇ ਕਰ, ਕਿਉਂਕਿ ਔਰੰਗਜ਼ੇਬ ਨੇ ਸਾਰੇ ਦੇਸ਼ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਪੜ੍ਹੇ ਲਿਖੇ ਬੰਦੇ ਸੀ ਉਹਨਾਂ ਨੂੰ ਮੁਸਲਮਾਨ ਬਣਾਉਣਾ ਚਾਹਿਆ ਸੀ, ਜਿਹੜੇ ਪੜ੍ਹੇ ਲਿਖੇ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜਿਹੜੇ ਵਿਦਵਾਨ ਨੇ, ਜਿੱਧਰ ਨੂੰ ਇਹਨਾਂ ਨੇ ਗੱਲ ਕਰਨੀ ਹੈ ਲੋਕਾਂ ਨੇ ਉਧਰ ਨੂੰ ਝੁਕ ਜਾਣਾ। ਇਸ ਲਈ ਕਸ਼ਮੀਰ ਤੋਂ ਉਹਨੇ ਮੁਸਲਮਾਨ ਬਣਾਉਣੇ ਸ਼ੁਰੂ ਕੀਤੇ। ਸਾਰੇ ਦੇਸ਼ ਦੇ ਵਿੱਚ ਹੀ ਉਹਨੇ ਹੁਕਮ ਜਾਰੀ ਕੀਤਾ ਕਿ ਜਿੰਨੇ ਪੜ੍ਹੇ ਲਿਖੇ ਨੇ, ਵਿਦਵਾਨ ਨੇ, ਉਹਨਾਂ ਨੂੰ ਮੁਸਲਮਾਨ ਬਣਾਓ। ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਦਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਉਹਨਾਂ ਨੇ ਫਿਰ ਹੁਕਮਨਾਮੇ ਜਾਰੀ ਕੀਤੇ ਨੇ ਅਨੰਦਪੁਰ ਸਾਹਿਬ ਤੋਂ। ਸਾਰੇ ਪਿੰਡਾਂ ਦੇ ਵਿੱਚ ਇਹ ਖਬਰ ਪਹੁੰਚ ਗਈ। ਸਿੱਖਾਂ ਨੇ ਅੱਗੇ ਇੱਕ ਬੜਾ ਵੱਡਾ ਚੇਨ ਸਿਸਟਮ ਸੀ ਗੁਰੂ ਘਰ ਦੇ ਵਿੱਚ, ਜਿਹਦੇ ਰਾਹੀਂ ਜੋ ਗੱਲ ਗੁਰੂ ਦੇ ਮੂੰਹ ਤੋਂ ਨਿਕਲਦੀ ਸੀ ਉਹ ਇੱਕ ਇੱਕ ਸਿੱਖ ਤੱਕ ਚਲੀ ਜਾਂਦੀ ਸੀ। ਇੱਕ ਤੋਂ ਦੂਜਾ, ਤੀਜਾ, ਚੌਥਾ, ਪਿੰਡਾਂ ਦੇ ਵਿੱਚ ਇਸ ਤਰ੍ਹਾਂ ਗੱਲ ਅੱਗੇ ਸਿੱਖ ਖਬਰ ਦੇ ਦਿੰਦੇ ਸੀ। ਅੱਜ ਅਸੀਂ ਉਹ ਛੱਡ ਬੈਠੇ ਹਾਂ। ਅੱਜ ਅਸੀਂ ਮੀਡੀਆ ਵਿੱਚ ਤਾਂ ਬੋਲ ਰਹੇ ਹਾਂ, ਮਾੜਾ ਨਹੀਂ, ਇਹ ਚੰਗਾ ਹੈ, ਮਾਈਕ ਵਿੱਚ ਬੋਲ ਰਹੇ ਹਾਂ, ਪਰ ਜਿਹੜਾ ਚੇਨ ਸਿਸਟਮ ਸੀ, ਜਿਹੜਾ ਪਿੰਡ ਦੇ ਆਦਮੀ ਤੋਂ ਆਦਮੀ ਦੇ ਨਾਲ ਅੱਗੇ ਜੋੜ ਸੀ, ਉਹ ਸਾਡਾ ਖਤਮ ਹੋ ਚੁੱਕਾ ਹੈ, ਕਨੈਕਸ਼ਨ ਨਹੀਂ। ਹੁਣ ਮੈਂ ਇੱਥੇ ਆਇਆ ਨਾ, ਉਦੋਂ ਗੁਰੂ ਸਾਹਿਬ ਕੋਲ ਇਹ ਸੀ ਨਾ, ਉਦੋਂ ਫੋਨ ਸੀ, ਕੁਝ ਨਹੀਂ ਸੀ, ਸਿਰਫ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਸੁਣਿਆ ਜਾਂਦਾ ਸੀ, ਕਿਉਂਕਿ ਨਿੱਜੀ ਕੰਟੈਕਟ ਸੀ ਜਿਹੜਾ ਉਹ ਸਿੰਘਾਂ ਦਾ ਅੱਗੇ ਦੀ ਅੱਗੇ ਪਿੰਡਾਂ ਦੇ ਵਿੱਚ ਸੀ। ਹੁਣ ਨਹੀਂ ਰਿਹਾ। ਹੁਣ ਵੇਖੋ, ਇੱਧਰ ਮੈਂ ਆਇਆ, ਹੁਣ ਜੇ ਤੁਹਾਡੇ ਕੋਲ ਮੈਨੂੰ ਆਪਣਾ ਗਿਆਨੀ ਜੀ ਨੇ, ਗਿਆਨੀ ਹਰਜੀਤ ਸਿੰਘ ਹੋਰਾਂ ਨੇ ਫੋਨ ਕੀਤਾ, ਉਹ ਮੈਨੂੰ ਜਾਣਦੇ ਸੀ, ਉਹਨਾਂ ਕਰ ਲਿਆ, ਸੱਦ ਲਿਆ। ਪਰ ਹੁਣ ਮੈਂ ਮਾਈਕ ਵਿੱਚ ਘੰਟਾ ਬੋਲ ਕੇ ਇੱਥੋਂ ਚਲੇ ਜਾਣਾ, ਪਰ ਮੇਰਾ ਤੁਹਾਡੇ ਨਾਲ ਨਿੱਜੀ ਕੰਟੈਕਟ ਕੋਈ ਨਹੀਂ, ਕਿਸੇ ਦਾ ਵੀ ਨਹੀਂ। ਔਰ ਅਸੀਂ ਮੈਂ 15 ਸਾਲ ਤੋਂ ਕਥਾ ਕਰਦਿਆਂ ਮਹਿਸੂਸ ਕੀਤਾ ਕਿ ਜਿਹੜੇ ਮਤ ਇੰਨੇ ਵੱਧ ਗਏ ਨੇ ਪੰਜਾਬ ਦੇ ਵਿੱਚ, ਆ ਸਰਸੇ ਵਾਲਾ ਵੱਧ ਗਿਆ ਜਾਂ ਰਾਧਾ ਸਵਾਮੀ ਵਧੇ ਨੇ, ਉਹਨਾਂ ਕੀ ਤਰੀਕਾ ਵਰਤਿਆ? ਉਹਨਾਂ ਗੁਰੂ ਸਾਹਿਬ ਵਾਲਾ ਉਹ ਤਰੀਕਾ ਵਰਤ ਲਿਆ ਸੀ ਕਿ ਇੱਕ ਇੱਕ ਬੰਦਾ ਇੱਕ ਇੱਕ ਇਲਾਕੇ ਵਿੱਚ ਛੱਡਿਆ ਹੈ। ਇੱਕ ਗਲੀ ਵਿੱਚ ਇੱਕ ਬੰਦੇ ਦੀ ਡਿਊਟੀ ਲਾਈ ਹੋਈ ਵੀ ਤੂੰ ਆਪਣਾ ਕੰਮ ਵੀ ਕਰ ਤੇ ਤੂੰ ਇੰਨੇ ਬੰਦਿਆਂ ਦਾ, 10 ਬੰਦਿਆਂ ਦਾ ਤੂੰ ਅਗਵਾਈ ਕਰਨੀ ਹੈ। ਇਹ ਗੁਰਮੁਖ ਪ੍ਰਣਾਲੀ ਸੀ ਪਹਿਲਾਂ, ਸਾਡੇ ਵਿੱਚ ਹੁਣ ਨਹੀਂ ਰਹੀ। ਆਪਾਂ ਵੇਖ ਲਈ ਆਪਾਂ ਕਿਹੜੇ ਥਾਂ ਤੇ ਕੰਮ ਕਰ ਰਹੇ ਹਾਂ, ਕਿਤੇ ਵੀ ਕਰ ਲਓ, ਪਰ ਜੇ ਤੁਹਾਨੂੰ ਗੁਰਮਤਿ ਦਾ ਦਾਨ ਗੁਰੂ ਸਾਹਿਬ ਨੇ ਦਿੱਤਾ, ਸਿੰਘ ਨੂੰ ਦਿੱਤਾ, ਬੀਬੀ ਨੂੰ ਦਿੱਤਾ ਹੈ, ਤੇ 5, 7, 10 ਸਰੀਰਾਂ ਨੂੰ ਆਪਣੇ ਕੰਟੈਕਟ ਵਿੱਚ ਰੱਖੋ ਤੇ ਉਹਨਾਂ ਨੂੰ ਛੋਟੀ ਛੋਟੀ ਇੱਕ ਮੀਟਿੰਗ ਰੱਖੋ ਵੀ ਆਪਾਂ 8 ਪੈਰਾਂ ਬਾਅਦ ਇੱਕ ਵਾਰੀ ਇਕੱਠੇ ਹੋਣਾ। ਭਾਵੇਂ ਸਿੱਧੀ ਸਾਦੀ ਗੱਲ ਕਰ ਲਓ, ਜ਼ਰੂਰੀ ਥੋੜ੍ਹੀ ਵੱਡੇ ਵੱਡੇ ਕਥਾਵਾਚਕ ਸੱਦਣੇ, ਤੁਸੀਂ ਆਪ ਵੀ ਗੁਰਮਤਿ ਦੀ ਗੱਲ ਕਰ ਸਕਦੇ ਹੋ। ਔਰ ਫਿਰ ਇਹਦੇ ਵਿੱਚ ਸਮੱਸਿਆ ਆਉਂਦੀ ਜਿਹੜੀ, ਉਹ ਕਹਿੰਦੇ ਵੀ ਸਾਨੂੰ ਤੇ ਆਉਂਦਾ ਕੁਝ ਨਹੀਂ, ਅਸੀਂ ਗੱਲ ਕਿਸੇ ਨਾਲ ਕੀ ਕਰੀਏ। ਤਾਂ ਉਹਦੇ ਲਈ ਅਸੀਂ ਉਪਰਾਲਾ ਕੀਤਾ ਸੀ, ਇੱਕ ਅਸੀਂ ਛੋਟਾ ਜਿਹਾ ਸਰਲ ਬਿਲਕੁਲ ਭਾਸ਼ਾ ਵਿੱਚ ਗੁਰਬਾਣੀ ਦਾ ਵਾਰਤਕ, ਇੱਕ ਕਿਤਾਬਾਂ ਲਿਖੀਆਂ ਨੇ, ਕੋਰਸ ਲਿਖਿਆ, ਭਾਗ ਵੰਡੇ ਹੋਏ ਨੇ ਉਹਦੇ, ਉੱਥੋਂ ਤੁਸੀਂ ਬਣਿਆ ਬਣਾਇਆ ਸਾਰਾ ਕੁਝ ਚੁੱਕ ਕੇ ਅੱਗੇ ਦੱਸ ਸਕਦੇ ਹੋ। ਜੇ ਅਸੀਂ ਤਾਂ ਵੈਸੇ ਬੇਨਤੀ ਕਰਨੇ ਆ ਵੀ ਇੱਕ ਪਿੰਡ ਵਿੱਚੋਂ ਸਾਨੂੰ ਇੱਕ ਕੋਈ ਸਿੰਘ ਮਿਲ ਜਾਏ ਜਿਹਦੀ ਘੱਟੋ ਘੱਟ ਨਿਤਨੇਮ ਦੀ ਸੰਥਿਆ ਹੋਈ ਹੋਵੇ ਤੇ ਮੋਟਾ ਮੋਟਾ ਇਤਿਹਾਸ ਆਉਂਦਾ ਹੋਵੇ। ਸਾਨੂੰ 1 ਸਾਲ ਤੁਸੀਂ ਉਹ ਦੇ ਦਿਓ, ਤੁਹਾਨੂੰ ਇੱਕ ਪ੍ਰਚਾਰਕ ਬਣਾ ਕੇ ਪਿੰਡ ਵਾਸਤੇ ਦੇ ਦਿਆਂਗੇ ਅਸੀਂ। ਉੱਥੇ ਜਾਣ ਦੀ ਵੀ ਲੋੜ ਨਹੀਂ ਤੁਹਾਨੂੰ ਕਿਸੇ ਨੂੰ, ਇੱਥੇ ਘਰ ਬੈਠੇ ਬਣ ਜਾਏਗਾ। ਅਸੀਂ ਆਪੇ ਉਹਨੂੰ ਉੱਥੋਂ ਗਾਈਡ ਕਰਾਂਗੇ, ਮੀਡੀਆ ਦੇ ਰਾਹੀਂ ਕਰੀਏ, ਭਾਵੇਂ ਅਸੀਂ ਇੱਥੇ ਸਮਾਗਮ ਚੱਲਦੇ ਨੇ, ਜਿੱਥੇ ਕੋਈ ਸਮਾਗਮ ਹੁੰਦਾ ਅਸੀਂ ਉੱਥੇ ਜਿਹੜੇ ਸਾਡੇ ਨਾਲ ਉਹ ਸੰਬੰਧਿਤ ਨੇ ਉਹਨਾਂ ਨੂੰ ਬੁਲਾ ਲਈਦਾ, ਪੁੱਛ ਲਈਦਾ ਕਿਵੇਂ ਚੱਲਦਾ। ਇਸ ਤਰ੍ਹਾਂ ਬੜੇ ਸਿੰਘ ਬੀਬੀਆਂ ਵੀ ਨੇ, ਉਹ ਵੀ ਬਣ ਗਈਆਂ। ਕਈ ਗ੍ਰੰਥੀ ਸਿੰਘ ਸਨ, ਉਹਨਾਂ ਨੇ ਉਹ ਕੋਰਸ ਪੜ੍ਹਿਆ, ਉਹ ਕਥਾਵਾਚਕ ਬਣ ਗਏ। ਜਾਂ ਕਈ ਕਥਾਵਾਚਕ ਸਨ, ਇਹ ਔਖਾ ਕੰਮ ਹੈ, ਤਾਂ ਉਹ ਕਹਿੰਦੇ ਸੀ ਸਾਡੇ ਕੋਲੋਂ ਜ਼ਿਆਦਾ ਗੱਲ ਨਹੀਂ ਹੋ ਸਕਦੀ, ਅਸੀਂ 15-20 ਮਿੰਟ ਮਸਾਂ ਲਾਉਂਦੇ, ਅੱਧਾ ਘੰਟਾ। ਉਹ ਕਹਿੰਦੇ ਹੁਣ ਭਾਵੇਂ ਅਸੀਂ 2.5 ਘੰਟੇ ਬੋਲਦੇ, ਸਾਡੇ ਕੋਲ ਮੈਟਰ ਕਾਫੀ ਰਹਿੰਦਾ। ਤਾਂ ਉਹਦੇ ਲਈ ਉਪਰਾਲਾ ਕੀਤਾ ਹੋਇਆ। ਜੇ ਤੁਸੀਂ ਕੋਈ 1, 2, 4 ਜਿੰਨੇ ਮਰਜ਼ੀ, ਜਾਣਾ ਕਿਤੇ ਵੀ ਨਹੀਂ, ਨਾ ਕੋਈ
ਤੁਹਾਨੂੰ ਕਿਤੇ ਜਾਣਾ ਪੈਣਾ ਹੈ, ਵਿੱਚ ਮਹੀਨੇ ਬਾਅਦ ਇੱਕ ਗੇੜਾ ਲੱਗ ਜਾਏ ਤਾਂ ਚੰਗਾ ਰਹਿੰਦਾ। ਉਹ ਆਉਂਦੇ ਰਹਿੰਦੇ ਸੀ। ਉਹ ਸਿੰਘ ਪਰ ਫਿਰ ਪਿੰਡ ਦੇ ਵਿੱਚ ਹੀ ਰਹਿ ਕੇ ਆਪਣੀ ਖੇਤੀ ਕਰਨ, ਭਾਵੇਂ ਆਪਣੀ ਨੌਕਰੀ ਕਰਨ, ਜੋ ਮਰਜ਼ੀ। ਫਿਰ ਉਹ ਸ਼ਨੀ ਐਤਵਾਰ ਜਾਂ ਸਵੇਰੇ ਸ਼ਾਮ ਗੁਰੂ ਘਰ ਵਿੱਚ ਥੋੜ੍ਹੀ ਜਿਹੀ ਵਿਆਖਿਆ ਗੁਰਮਤਿ ਦੀ ਕਰਨ। ਤਾਂ ਇਹਦੇ ਨਾਲ ਬੜਾ ਫਰਕ ਪੈਂਦਾ ਹੈ। ਇੱਕ ਹੁੰਦਾ ਹੈ ਕਿ ਆਪਾਂ ਸਾਲ ਬਾਅਦ ਕੋਈ ਸਮਾਗਮ ਕਰਾਉਂਦੇ ਹਾਂ, ਇੱਕ ਹੁੰਦਾ ਤੁਹਾਨੂੰ ਨਿੱਤ ਦੀ ਖੁਰਾਕ ਮਿਲਦੀ, ਰੋਜ਼ ਦੀ ਖੁਰਾਕ ਮਿਲਣੀ ਹੋਰ। ਤਾਂ ਗੁਰੂ ਸਾਹਿਬ ਨੇ ਉਦੋਂ ਇਹ ਗੁਰਮੁਖ ਪ੍ਰਣਾਲੀ ਸਿਸਟਮ ਜਿਹੜਾ ਸੀ, ਪਿੰਡਾਂ ਤੋਂ ਪਿੰਡਾਂ ਤੱਕ ਦਾ ਰਾਬਤਾ ਕਾਇਮ ਕਰਨ ਦਾ, ਉਦੋਂ ਚਲਾਇਆ ਸੀ। ਸਾਡੇ ਕੋਲ ਅੱਜ ਹੁਣ ਮੀਡੀਆ ਤੇ ਹੈ, ਮੀਡੀਆ ਇੱਕ ਹੋਰ ਚੀਜ਼ ਹੈ। ਮੀਡੀਆ ਤੇ ਬੰਦਾ ਜ਼ਿੰਮੇਵਾਰ ਨਹੀਂ ਹੁੰਦਾ। ਹੁਣ ਅਸੀਂ ਉਹ ਕਰਨੇ ਆ ਨਾ, ਸਿੰਘਾਂ ਦੇ ਨਾਲ ਇੰਟਰਵਿਊ ਕਰਨੇ ਜਾਂ ਉਹਨਾਂ ਦੇ ਨਾਲ ਅਸੀਂ ਇਹ ਸੈਮੀਨਾਰ ਕਰਨੇ ਆ। ਉਹ ਕਹਿੰਦੇ ਕਿੰਨੇ ਕੁ ਬੰਦਿਆਂ ਨੂੰ ਤੁਸੀਂ ਕਰਦੇ ਹੋ? ਇੱਕ ਥਾਂ ਤੇ 10 ਹੁੰਦੇ ਨੇ, ਕਿਤੇ 20 ਹੁੰਦੇ ਨੇ, 40 ਹੁੰਦੇ ਨੇ। ਇਹਦੇ ਨਾਲੋਂ ਚੰਗਾ ਤੁਸੀਂ ਮੰਜੀ ਸਾਹਿਬ ਕਥਾ ਕਰੋ, ਇੰਨੇ ਲੱਖ TRP ਹੈ, ਇੰਨੇ ਲੱਖ ਬੰਦਾ ਸੁਣਦਾ। ਤੇ ਜੇ ਉਹਨੂੰ ਮੈਂ ਪੁੱਛਾਂ, ਅੱਛਾ ਤੂੰ ਅੱਜ ਮੰਜੀ ਸਾਹਿਬ ਤੋਂ ਕਥਾ ਸੁਣੀ ਸੀ? ਹਾਂ, ਰੋਜ਼ ਹੀ ਸੁਣੀ ਦੀ ਹੈ। ਮੈਂ ਕਿਹਾ ਕਿਵੇਂ ਸੁਣੀ ਦੀ ਹੈ? ਕੰਧਾਂ ਸੁਣਦੀਆਂ ਨੇ ਕਿ ਜੀ ਸੁਣਦੇ ਨੇ? ਅੱਜ ਕਾਹਦੀ ਕਥਾ ਸੁਣਾਈ ਸੀ? ਕਹਿੰਦੇ ਇਹ ਤੇ ਕਦੀ ਧਿਆਨ ਨਹੀਂ ਦਿੱਤਾ, ਟੈਲੀਵਿਜ਼ਨ ਲਾ ਦੇ ਤੇ ਬਾਹਰ ਰੌਣਕ ਲੱਗੀ ਰਹਿੰਦੀ ਹੈ। ਮੈਂ ਕਿਹਾ ਵੀ ਰੌਣਕ ਵੀ ਇੱਕ ਪੱਖ ਉਹ ਚੰਗਾ ਹੈ, ਮੈਂ ਨਹੀਂ ਕਹਿੰਦਾ ਨਾ ਲਾਓ ਤੁਸੀਂ। ਕੀਰਤਨ ਇੱਕ ਪੱਖ ਹੈ, ਕੀਰਤਨ ਭਗਤੀ ਇਹ ਘਰ ਦੇ ਵਿੱਚ ਲਾ ਕੇ ਰੱਖੋ, ਗੂੰਜਦਾ ਰਹਿੰਦਾ। ਰੋਜ਼ ਲਾਓ, ਆਸਾ ਦੀ ਵਾਰ ਤੁਹਾਨੂੰ ਕੰਠ ਹੋ ਜਾਏਗੀ ਦਰਬਾਰ ਸਾਹਿਬ ਤੋਂ। ਕਥਾ ਵੀ ਲਾਓ ਜਿੰਨਾ ਤੁਹਾਡਾ ਟਾਈਮ ਲੱਗਦਾ, ਪਰ ਉਹਦੇ ਵਿੱਚ ਤੁਸੀਂ ਜ਼ਿੰਮੇਵਾਰ ਨਹੀਂ ਕਿ ਮੈਂ ਸੁਣਿਆ ਤੇ ਮੈਂ ਜ਼ਿੰਮੇਵਾਰ ਬਣਿਆ, ਮੈਨੂੰ ਸੁਣਾਉਣਾ ਪੈਣਾ। ਇਹ ਨਹੀਂ ਤੁਸੀਂ ਜ਼ਿੰਮੇਵਾਰ। ਇਸ ਦੀਵਾਨ ਵਿੱਚ ਵੀ ਤੁਸੀਂ ਜ਼ਿੰਮੇਵਾਰ ਨਹੀਂ ਹੋ। ਪਰ ਜੇ ਤੁਸੀਂ ਕਲਾਸ ਲਾਓਗੇ ਨਾ, ਕਲਾਸ ਦੇ ਵਿੱਚ ਤੁਹਾਡੀ ਜ਼ਿੰਮੇਵਾਰੀ ਬਣ ਜਾਣੀ ਕਿ ਮੈਨੂੰ ਸੁਣਾਉਣਾ ਪੈਣਾ, ਇਸ ਕਰਕੇ ਹੁਣ ਮੈਂ ਧਿਆਨ ਨਾਲ ਸੁਣਾ, ਮੈਂ ਕੱਲ੍ਹ ਨੂੰ ਦੱਸਣਾ ਕੀ ਹੈ। ਇਹ ਸੀ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ। ਉਦੋਂ ਮਹਾਰਾਜ ਨੇ ਸਾਰੇ ਇਹ ਸੰਗਤ ਦੀ ਗੱਲ ਤਾਂ ਚਲਾਈ ਸੀ ਕਿ ਸਿੱਖਾਂ ਤੱਕ ਉਪਰਾਲਾ ਕੀਤਾ। ਗੁਰੂ ਨਾਨਕ ਦੇਵ ਜੀ ਨੇ ਇਹਦੀ ਸਭ ਤੋਂ ਜ਼ਿਆਦਾ ਵਰਤੋਂ ਕੀਤੀ ਹੈ ਕਿ ਜਿੱਥੇ ਵੀ ਗਏ ਨੇ ਉਸ ਇਲਾਕੇ ਵਿੱਚ, ਜਿੱਥੇ ਗਏ ਸੰਗਤ ਇਕੱਠੀ ਹੋਈ, ਇੱਕ ਗੁਰਮੁਖ ਥਾਪੀ ਗਏ, ਜਿੱਥੇ ਗਏ ਇੱਕ ਗੁਰਮੁਖ ਥਾਪੀ ਗਏ। ਸਾਰੇ ਇਲਾਕਿਆਂ ਵਿੱਚ ਉਦੋਂ ਮੰਜੀਆਂ ਦਾ ਰਿਵਾਜ ਸੀ, ਮੰਜੀ ਦਿੰਦੇ ਸੀ ਤੇ ਸੰਗਤ ਨੂੰ ਕਹਿੰਦੇ ਸੀ ਵੀ ਆਹ ਮੰਜੀਦਾਰ ਹੈ, ਪਰ ਪ੍ਰਮੁੱਖ ਸ਼ਬਦ ਹੈ। ਅੱਜ ਵੀ ਉਸੇ ਤਰ੍ਹਾਂ ਹੀ ਜੁੜਨਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੈ। ਸਾਡਾ ਜਿਹੜਾ ਕਾਰਜ ਹੈ, ਵਿਧੀ ਹੈ, ਜਿਹੜਾ ਸਾਡਾ ਕਾਰਜ ਖੇਤਰ ਹੈ, ਉਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੱਕ ਤੇ 5 ਪਿਆਰਿਆਂ ਤੱਕ ਲਿਆਉਣਾ ਹੈ। ਤੇ ਫਿਰ ਜੇ ਤੁਹਾਨੂੰ ਕੋਈ ਲੋੜ ਪੈਂਦੀ, ਉਹਦੇ ਬਾਰੇ ਜਿੰਨੇ ਕੁ ਜੋ ਕਿ ਗੁਰੂ ਨੇ ਬਣਾਇਆ ਉਹਨਾਂ ਕੋ ਤੁਹਾਨੂੰ ਦੱਸਣਾ, ਉਹਨਾਂ ਕੋ ਹੱਲ ਕਰਨਾ। ਇਹ ਸਾਡੀ ਜ਼ਿੰਮੇਵਾਰੀ ਬਹੁਤ ਵੱਡੀ। ਔਰ ਤੁਸੀਂ ਵੀ ਇਹ ਕੰਮ ਕਰ ਸਕਦੇ ਹੋ, ਇਕੱਲੇ ਕਥਾਵਾਚਕਾਂ ਦੀ ਗੱਲ ਨਹੀਂ ਹੈ। ਕਿਉਂਕਿ ਜਦੋਂ ਪਿੰਡ ਦੇ ਵਿੱਚ ਹੀ ਕੋਈ ਹੋਏਗਾ ਇੱਕ, ਤਾਂ ਉੱਥੇ ਸੰਗਤ ਉਹ ਜੋੜ ਕੇ ਰੱਖਦਾ ਸਿੰਘ। ਕਈ ਪਿੰਡਾਂ ਵਿੱਚ ਬੜੀ ਲਹਿਰ ਹੈ ਗੁਰਬਾਣੀ ਦੀ, ਉੱਥੇ ਜਦੋਂ ਜਾਈਦਾ ਫਿਰ ਕਥਾ ਕਰੀ ਦੀ, ਉੱਥੇ ਆਨੰਦ ਆ ਜਾਂਦਾ। ਕਿਉਂਕਿ ਪਹਿਲਾਂ ਹੀ ਕਥਾ ਉਹਨਾਂ ਦੇ ਜ਼ੁਬਾਨ ਤੇ ਉਹਨਾਂ ਦੀ ਗੁਰਬਾਣੀ ਜਿਹੜੀ ਚੜ੍ਹੀ ਹੋਈ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਇੱਕ ਵਿਦਵਤਾ ਦਾ ਜਿਹੜਾ ਸੈਂਟਰ ਬਣਾਇਆ ਸੀ ਅਨੰਦਪੁਰ ਸਾਹਿਬ ਦੇ ਵਿੱਚ। ਤੇ ਜਦੋਂ ਸਾਰੇ ਦੇਸ਼ ਵਿੱਚ ਮਹਾਰਾਜ ਨੇ ਭੇਜਿਆ ਵੀ ਸਾਰੇ ਵਿਦਵਾਨ ਜਿਨ੍ਹਾਂ ਨੂੰ ਔਰੰਗਜ਼ੇਬ ਤੰਗ ਕਰਦਾ ਹੈ, ਔਰ ਉਹਨੇ ਇੱਥੋਂ ਤੱਕ ਕਿਹਾ ਸੀ ਜੇ ਵਿਦਵਾਨ ਕੋਈ ਮੁਸਲਮਾਨ ਬਣਦੇ ਨੇ, ਬਣਨੇ ਤਾਂ ਇਹਨਾਂ ਨੂੰ ਮਾਰ ਦਿਓ। ਤਾਂ ਗੁਰੂ ਸਾਹਿਬ ਨੇ ਕਿਹਾ ਤੁਸੀਂ ਅਨੰਦਪੁਰ ਸਾਹਿਬ ਆ ਜਾਓ। ਸਾਰੇ ਵਿਦਵਾਨ ਅਨੰਦਪੁਰ ਸਾਹਿਬ ਸਾਰੇ ਇਲਾਕਿਆਂ ਵਿੱਚੋਂ ਆਏ। ਜਿਹੜਾ ਦਸਮ ਗ੍ਰੰਥ ਹੈ ਨਾ, ਦਸਮ ਗ੍ਰੰਥ ਦੀ ਅਸਲੀਅਤ ਨੂੰ ਅਸੀਂ ਸਮਝਿਆ ਨਹੀਂ। ਉਹ ਵੱਖ-ਵੱਖ ਇਲਾਕਿਆਂ ਦੇ ਜਿਹੜੇ ਵਿਦਵਾਨ ਸਨ ਨਾ, ਉਹ ਸਾਰੇ ਆਪਣੇ ਇਲਾਕਿਆਂ ਦਾ ਸਾਹਿਤ ਲੈ ਕੇ ਆਏ ਸੀ ਤੇ ਗੁਰੂ ਸਾਹਿਬ ਨੇ ਉਹਦਾ ਪੰਜਾਬੀ ਅਨੁਵਾਦ ਕਰਾਇਆ ਸੀ। ਵਿੱਚ ਆਪਣੀ ਬਾਣੀ ਪਾਈ ਹੈ, ਇੱਕ ਸ੍ਰੀ ਮੁੱਖ ਵਾਕ ਬਾਣੀ ਹੈ, ਇੱਕ ਉਹਨਾਂ ਗ੍ਰੰਥਾਂ ਦੇ ਉਲੱਥੇ ਨੇ ਵਿੱਚ ਦਸਮ ਗ੍ਰੰਥ ਦੇ। ਹੁਣ ਉਲੱਥੇ ਜਿਹੜੇ ਨੇ ਹੋਏ ਤਾਂ ਗੁਰੂ ਸਾਹਿਬ ਦੀ ਦੇਖ ਰੇਖ ਵਿੱਚ ਨੇ ਨਾ, ਇਸ ਕਰਕੇ ਆਪਾਂ ਉਹਨੂੰ ਵੀ ਗੁਰੂ ਕੀ ਬਾਣੀ ਕਹਿ ਸਕਦੇ ਹਾਂ। ਜਿਵੇਂ ਭੱਟਾਂ ਦੀ ਬਾਣੀ ਆਈ ਗੁਰੂ ਗ੍ਰੰਥ ਸਾਹਿਬ ਵਿੱਚ, ਉਹਨੂੰ ਵੀ ਆਪਾਂ ਗੁਰੂ ਕੀ ਬਾਣੀ ਕਹਿੰਦੇ ਹਾਂ, ਉਹ ਵੀ ਗੁਰੂ ਕੀ ਬਾਣੀ ਹੈ। ਤਾਂ ਇਹਦੇ ਵਿੱਚ ਤਾਂ ਕੋਈ ਦੁਬਦਾ ਦੋ ਰਾਏ ਨਹੀਂ ਸੀ। ਸਾਹਿਤ ਸਾਰੇ ਭਾਰਤ ਦਾ, ਇਹ ਜਿੱਥੋਂ ਭਾਰਤ ਸ਼ੁਰੂ ਹੁੰਦਾ ਸੀ, ਅਫਗਾਨਿਸਤਾਨ ਦੀ ਹੱਦ ਤੋਂ ਲੈ ਕੇ ਤੇ ਸ਼੍ਰੀਲੰਕਾ ਤੱਕ,
ਇਹ ਸਾਰੀਆਂ ਬੋਲੀਆਂ ਗੁਰੂ ਸਾਹਿਬ ਨੇ ਪੰਜਾਬੀ ਦੇ ਵਿੱਚ ਅਨੁਵਾਦਿਤ ਕਰਕੇ ਤੇ ਉਹਨਾਂ ਦੇ ਪਿੱਛੇ ਆਪਣਾ ਪੱਖ ਲਿਖਿਆ ਵੀ ਇਹ ਮੈਂ ਕਿਉਂ ਕਰਾ ਰਿਹਾ। ਉਹ ਪੱਖ ਕੀ ਸੀ? ਉਹਦੇ ਵਿੱਚ ਉਹ ਕਹਿੰਦੇ ਦਸਮ ਕਥਾ ਭਗਉਤ ਕੀ ਭਾਖਾ ਕਰੀ ਬਣਾਏ। ਕਹਿੰਦੇ ਅਸੀਂ ਜਿਹੜਾ 10ਵਾਂ ਅਧਿਆਇ ਹੈ ਦਾ ਭਾਗਵਤ ਪੁਰਾਣ ਦਾ, ਇਹਦੀ ਅਸੀਂ ਭਾਸ਼ਾ ਬਣਾਈ। ਉਹਦੇ ਵਿੱਚ ਰਾਮਚੰਦਰ ਦਾ ਨਾਂ, ਕ੍ਰਿਸ਼ਨ ਦਾ ਆਉਂਦਾ, ਦੂਜਾ ਤੀਜਾ ਦੇਵੀ ਦੇਵਤਿਆਂ ਦਾ। ਕਹਿੰਦੇ ਇਹਦਾ ਹੋਰ ਕੋਈ ਮਸਲਾ ਨਹੀਂ, ਮੈਂ ਸਿੱਖਾਂ ਨੂੰ ਦੇਵੀ ਦੇਵਤਿਆਂ ਦੇ ਅਵਤਾਰਾਂ ਨਾਲ ਜੋੜਨਾ ਹੈ। ਇਹਦਾ ਮਕਸਦ ਇਹ ਹੈ ਕਿ ਔਰ ਵਾਸਨਾ ਨਾਹੀਂ ਪ੍ਰਭ ਧਰਮ ਯੁੱਧ ਕੈ ਚਾਹੇ। ਇਹਨਾਂ ਦੇਵੀ ਦੇਵਤਿਆਂ ਨੂੰ ਜਿਹੜੇ ਮੰਨਣ ਵਾਲੇ ਨੇ, ਇਹਨਾਂ ਦੀ ਸੋਚ ਚੇਂਜ ਕਰਨੀ ਹੈ ਕਿ ਅਕਾਲ ਪੁਰਖ ਨਾਲ ਜੁੜੋ। ਵੀ ਦੇਵੀ ਦੇਵਤੇ ਤੁਹਾਡੇ ਉਦੋਂ ਆਏ ਸੀ, ਉਹ ਆਪਣੇ ਸਮੇਂ ਅਨੁਸਾਰ ਜੋ ਤੁਹਾਨੂੰ ਦਿੱਤਾ ਹੋ ਸਕਿਆ ਉਹਨਾਂ ਨੇ ਦਿੱਤਾ ਹੈ। ਹੁਣ ਤੁਸੀਂ ਕੀ ਕਰ ਰਹੇ ਹੋ? ਇਸ ਲਈ ਚਰਿੱਤਰ ਲਿਖੇ ਨੇ ਮਹਾਰਾਜ ਨੇ, ਕਰੈਕਟਰ ਲਿਖੇ ਨੇ ਚੰਡੀ ਦਾ। ਜਿਵੇਂ ਚੰਡੀ ਦਾ ਕਰੈਕਟਰ ਹੈ। ਚੰਡੀ ਕੀ ਹੈ? ਚੰਡੀ ਉਹ ਚੀਜ਼ ਹੁੰਦੀ ਹੈ ਜਿਵੇਂ ਕਿਸੇ ਚੀਜ਼ ਨੂੰ ਪੂਰਾ ਚੰਡ ਕੇ, ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਆਪਣਾ ਹੁਣ ਜ਼ਮੀਨ ਖਾਲੀ ਹੋ ਗਈ ਹੈ, ਪਿਛਲੀ ਫਸਲ ਵੱਢੀ ਗਈ, ਤੇ ਆਪਾਂ ਆਪਣੀਆਂ ਜਿਹੜੀਆਂ ਤਵੀਆਂ ਨੇ ਪੂਰੀਆਂ ਚੰਡ ਕੇ, ਕਾਬਲੇ ਕੂਬਲੇ ਕੱਸ ਕੇ, ਗਰੀਸ ਲਾ ਕੇ ਤੇ ਐਨ ਤਿੱਖੇ ਕੀਤੇ ਹੋਏ ਨੇ ਹਲ, ਜਿਹੜੇ ਨੇ ਤਿਆਰ ਨੇ। ਵੀ ਤੁਹਾਡੀ ਜਿਹੜੀ ਅਵੇਅਰਨੈਸ ਹੈ, ਜਿਹੜੀ ਬੁੱਧੀ ਹੈ, ਉਹਨੂੰ ਚੰਡ ਕੇ ਰੱਖਣਾ। ਔਰ ਖਾਸ ਕਰਕੇ ਬੱਚਿਆਂ ਨੂੰ ਅੱਜ ਜ਼ਰੂਰੀ ਹੈ। ਬੱਚਿਆਂ ਦੀ ਜਿਹੜੀ ਕਲਾਸ ਹੈ, ਹੁਣ ਮੈਂ ਬੋਲ ਰਿਹਾ, ਮੇਰਾ ਜੀਅ ਕਰਦਾ ਮੈਂ ਇਹਨਾਂ ਦੇ ਪੱਧਰ 'ਤੇ ਗੱਲ ਕਰਾਂ, ਕਿਉਂਕਿ ਉਹ ਬੱਚੇ ਨੇ, ਪਰ ਹੁਣ ਇਹ ਸੰਗਤੀ ਸਮਾਗਮ ਹੈ। ਤਾਂ ਇਹਨਾਂ ਦੀ ਬੁੱਧੀ ਜੇ ਚੰਡੀ ਜਾਏ ਤਾਂ ਬਹੁਤ ਜਲਦੀ ਸਿੱਧੇ ਹੋ, ਇਹਨਾਂ ਦੇ ਬਹੁਤ ਜਲਦੀ ਸਮਝ ਜਾਂਦੇ ਗੱਲ। ਤਾਂ ਉਹ ਗੁਰੂ ਸਾਹਿਬ ਨੇ ਸਾਰਾ ਕਰਾਇਆ। ਜਦੋਂ ਇੱਥੇ ਘੇਰਾ 8 ਮਹੀਨੇ ਰਹਿੰਦਾ ਤਾਂ ਉਹਦੇ ਵਿੱਚ ਸਾਧ ਸੰਗਤ ਜੀ ਬੜੇ ਸਿਦਕ ਪਰਖੇਗਾ ਸਿੱਖਾਂ ਦੇ, ਕਿਉਂਕਿ ਪਿਆਰ ਜਿਹੜਾ ਭਾਵੇਂ ਸੰਸਾਰਿਕ ਤੇ ਭਾਵੇਂ ਰੱਬ ਦੇ ਨਾਲ ਹੈ। ਜਦੋਂ ਸੁੱਖ ਰਹਿੰਦਾ ਉਦੋਂ ਤਾਂ ਨਿਭੀ ਜਾਂਦਾ, ਤੇ ਫਿਰ ਕਿਤੇ ਕਸਵੱਟੀ ਆਉਂਦੀ ਹੈ ਤਾਂ ਫਿਰ ਪਤਾ ਲੱਗਦਾ। ਕਈ ਕਹਿੰਦੇ ਵੀ ਗੁਰੂ ਕਸਵੱਟੀ ਲਿਆਉਂਦਾ ਹੀ ਕਿਉਂ ਹੈ? ਕਸਵੱਟੀਆਂ ਲੱਗੀਆਂ ਨਾ ਸਿੱਖਾਂ ਦੇ, ਅੱਜ ਵੀ ਲੱਗਦੀਆਂ ਨਾ ਆਪਣੇ ਉੱਤੇ। ਆਪਾਂ ਕਹਿੰਦੇ ਆ ਦੂਜੇ ਸਾਰੇ ਠੀਕ ਤੁਰੇ ਫਿਰਦੇ ਨੇ, ਆ ਮੈਂ ਅੰਮ੍ਰਿਤਧਾਰੀ ਵੀ ਆ, ਮੈਨੂੰ ਫਲਾਣਾ ਤੰਗੀ ਹੈ, ਮੈਨੂੰ ਦੁੱਖ ਹੈ ਫਲਾਣਾ। ਇਹ ਕਸਵੱਟੀਆਂ ਨੇ ਭਾਈ, ਕਿਉਂਕਿ ਦੁੱਖ ਕਸਵੱਟੀ ਤੋਂ ਬਿਨਾ ਪਤਾ ਹੀ ਨਹੀਂ ਲੱਗਦਾ ਕਿ ਪਿਆਰ ਪੂਰਾ ਪੱਕਾ ਹੈ ਕਿ ਕੱਚਾ ਹੈ। ਜਿੰਨਾ ਚਿਰ ਕਸੌਟੀ ਨਹੀਂ ਨਾ ਹੁੰਦੀ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕਾ ਨਾ ਕੋਈ। ਜਿੰਨਾ ਚਿਰ ਅੜਚਣ ਆਉਣੀ ਜ਼ਰੂਰੀ ਹੈ, ਉਹਨੇ ਹੀ ਮਨੁੱਖ ਨੂੰ ਘੜਨਾ ਹੈ। ਉਪਦੇਸ਼ ਜਿਹੜਾ ਸਿੱਖਿਆ ਉਹਨੇ ਥੋੜ੍ਹਾ ਜਿਹਾ ਘੜਨਾ ਹੈ, ਕਸੌਟੀ ਨੇ ਜ਼ਿਆਦਾ ਘਟਣਾ। ਜਦੋਂ ਰੁਕਾਵਟ ਆਉਣੀ ਹੈ ਉਦੋਂ ਪਤਾ ਲੱਗਣਾ। ਤਾਂ ਰੁਕਾਵਟ ਜੇ ਆਉਂਦੀ ਹੈ ਜੀਵਨ ਦੇ ਵਿੱਚ ਸਿੱਖੀ ਕਮਾਉਂਦਿਆਂ, ਤਾਂ ਉਹਨੂੰ ਤੁਸੀਂ ਭਾਗਸ਼ਾਲੀ ਸਮਝੋ ਵੀ ਮੈਨੂੰ ਇਹ ਕਸਵੱਟੀ ਵਿੱਚ ਪਾ ਦਿੱਤਾ ਗੁਰੂ ਨੇ। ਹੁਣ ਅਰਦਾਸ ਕਰੋ, ਹਿੰਮਤ ਕਰੋ ਤਾਂ ਗੁਰੂ ਪਾਸ ਕਰੇਗਾ। ਤਾਂ ਉੱਥੇ ਭੁੱਖ ਦਾ ਜਿਹੜਾ ਦੁੱਖ ਸੀ ਬਹੁਤ ਭਾਰਾ, ਉਹ ਖਾਣਾ ਪੀਣਾ ਘੇਰਾ ਉਹਨਾਂ ਨੇ ਤੰਗ ਕਰਤਾ, ਖਾਣਾ ਪੀਣਾ ਬੰਦ ਕਰਤਾ, ਅੰਦਰ ਤੇ ਨੇੜੇ ਤਾਂ ਜਾ ਨਹੀਂ ਸਕਦੇ। ਤਾਂ ਇਹਦੇ ਵਿੱਚ ਵੀ ਕਈਆਂ ਦੇ ਸਿਦਕ ਉਦੋਂ ਡੋਲੇ ਨੇ। ਕਈਆਂ ਨੇ ਗੁਰੂ ਸਾਹਿਬ ਨੂੰ ਲਿਖ ਕੇ, ਆਪਾਂ ਭਾਈ ਮਾਨ ਸਿੰਘ ਹੋਰਾਂ ਦੀ ਗੱਲ ਕਰਨੇ ਆ, ਇਹ ਬਿਦਾਵਾ ਤੇ ਭਾਵੇਂ 2 ਵਾਰ ਲਿਖਿਆ ਗਿਆ, ਇੱਕ ਤਾਂ ਰੂਪਿਆਂ ਨੇ ਲਿਖਿਆ ਗਿਆ ਬਿਦਾਵਾ, ਪਰ ਅਨੰਦਪੁਰ ਸਾਹਿਬ ਦੇ ਵਿੱਚ ਵੀ ਬਿਦਾਵਾ ਲਿਖਿਆ ਗਿਆ, ਕਿਲੇ ਦੇ ਅੰਦਰ ਵੀ। ਕਿਲੇ ਵਿੱਚ ਵੀ ਜਦੋਂ ਘੇਰਾ ਲੰਮਾ ਹੋ ਗਿਆ, ਉੱਥੇ ਦੁੱਖ ਭੁੱਖ ਦਾ ਸੀ, ਤਾਂ ਭੁੱਖ ਕੱਟਣੀ ਬਹੁਤ ਔਖੀ, ਫਿਰ ਨਾਲ ਤਲਵਾਰ ਵਾਹੁਣੀ, ਘੋੜੇ ਮਰ ਗਏ ਭੁੱਖ ਦੇ ਨਾਲ। ਹਾਥੀ ਜਿਹੜੇ ਨੇ ਉਹ ਘੋੜੇ ਹਾਥੀ ਜਿਹੜੇ ਉਹ ਚੜ੍ਹਾਈਆਂ ਕਰ ਗਏ। ਤਾਂ ਉਦੋਂ ਕੁਝ ਸਿੰਘ ਜਿਹੜੇ ਸਨ, ਭਾਵੇਂ ਅੱਜ ਕੱਲ੍ਹ ਖੰਡਨ ਕਰਦੇ ਨੇ ਵੀ ਇਹ ਤੁਸੀਂ ਬਈ ਕਈ ਇਹ ਇੱਥੋਂ ਤੱਕ ਚਲੇ ਜਾਂਦੇ ਵੀ ਆਹ ਮਾਝੇ ਦੀ ਸਿੱਖੀ ਹੈ ਤੇ ਮਾਲਵੇ ਦੀ, ਵੀ ਤੁਸੀਂ ਮਾਝੇ ਵਾਲਿਆਂ ਨੂੰ ਕਿਉਂ ਲਾਉਂਦੇ ਹੋ? ਬਈ ਇਹ ਤੁਸੀਂ, ਇੱਕ ਢਾਡੀ ਸਿੰਘ ਬੋਲ ਰਿਹਾ ਸੀ, ਕਹਿੰਦੇ ਕੋਈ ਬਿਦਾਵਾ ਨਹੀਂ ਲਿਖਿਆ, ਮਾਝੇ ਦੇ ਸਿੱਖ ਇਸ ਤਰ੍ਹਾਂ ਥੋੜ੍ਹੀ ਹੋ ਸਕਦੇ। ਹੁਣ ਭਾਈ ਸਿੱਖੀ ਕੋਈ ਮਾਝੇ ਮਾਲਵੇ ਦੁਆਬੇ ਦੀ ਥੋੜ੍ਹੀ ਹੁੰਦੀ, ਸਿੱਖੀ ਤਾਂ ਸਿੱਖੀ ਹੁੰਦੀ ਹੈ। ਉਹਨਾਂ ਵਿੱਚ ਬੰਦਾ ਡੋਲ ਵੀ ਸਕਦਾ ਹੀ ਹੈ, ਕੋਈ ਐਸੀ ਗੱਲ ਨਹੀਂ।
उस माझे दे विच फिर विदावा फड़वाउण वाली माई भागो भी तो उत्थों ही आई है ना। वो चंगे भी उत्थों आए ने, वो भी गुरु साहब ने कोई करतब वरता के विखाया सी कि औखे समय विच किवें सिख गुरु नूं कई बारी छड्ड भी जाए तो गुरु नहीं उन्होंने छड्डदा। आपां कई बारी त्याग भी जाइए ना, गुरु साहब का एक बारी पल्ला फड़ लीए। तो एक महापुरुष नूं किसी पूछा भी अमृत छकिया होया तो कुछ भी नहीं, कहंदे भावें कुछ भी ना होवे, पर एक गल याद रख, ये जिहड़ा तेरे गल विच गातरा पै गया ना, भावें 20 जन्म कुछ ना होवे, तैनूं गुरु गोबिंद सिंह ने छड्डना मुक्त करके ही हुण, जन्म जिन्ने मर्जी लग जाण, छड्डदा नहीं गुरु। विदावा लिख के दे दिता सतगुरु नूं भाई मान सिंह की अगवाई दे विच। जिहड़े सिदक वाले सन वो खड़े रहे, भावना वाले सन, क्योंकि गुरु नाल प्यार निभाउणा ये कोई संसारक गल नहीं, ये सिर देना पैना। छोटे छोटे बाबा फतेह सिंह जी की उम्र 7 साल की, हुण सारे बच्चे किन्ने किन्ने 7 साल के होणगे, कोई 7 का, कोई 6 का, कोई 5 का, यही उम्र इन्हां दी। इन्नी उम्र के बच्चों के विच किन्नी स्पिरिट आ गई। तो उत्थे स्पिरिट वाले सी, जिहड़े जज्बात वाले सी, वो तो खड़े रहे। जिहड़े ढिले सन, जिहड़े मन के तल ते जाउंदे सन जां बुद्धि के तल ते, विचारां के तल ते जाउंदे, वो डोल गए। तो वो लिख के आउंदे ने गुरु साहब दे कोल, महाराज जी कहिंदे भी तुसीं आओ, जे तुसीं जाना है तो मैं तुहानूं पहिलां सिੱਖੀ तो तुहानूं खारज करके फिर जान देना, इस तरह नहीं जान देना, क्योंकि मैं इतिहास दे विच लिखण ही नहीं देना भी सिख गुरु नूं विदावा दे गए। सिख विदावा दे नहीं सकता, जदों विदावा दिंदा वो सिੱਖੀ तो खारज हो जाता। नाले कहंदे कागज लैके आओ, कागज लिआंदा, इत्थे लिख दिओ तूं साडा गुरु नहीं, असीं तेरे सिख ने। सिखां ने कईयां ने लिख दिता तूं साडा गुरु नहीं, असीं तेरे सिख ने। महाराज ने कागज फड़ लिया, कागज फड़ के उस कागज नूं चंगी तरह हत्थ दे विच घुटिया, ते वो सिख वेंदियां वेंदियां घोड़ियां ते सवार हो के आपो अपने ते पैदल किला छड्ड के ते बाहर निकल गए। इत्थे एक ये भी गल सिद्ध हुंदी है भी वो जिहड़े विदावा लिखण वाले बंदे सी, उन्हां दा बाहर किते ना किते सरकारी फौजां दे नाल कनैक्शन सी। क्यों? जे कनैक्शन ना हुंदा तो जदों गुरु साहब निकले उन्हां दे उत्ते हमला हुंदा उस वेले, पर उन्हां ते किसी ने एक भी हमला नहीं कीता। ਇਹਦਾ मतलब ਉਹ ਇਹ ਲਿਖਾਉਣ ਦੇ ਵਿੱਚ ਮਦਦਗਾਰ ਸਨ, ਕਿਤੇ ਨਾ ਕਿਤੇ ਵਿੱਚ ਇਹ ਬੰਦੇ ਹੁੰਦੇ ਨੇ। ਗੁਰੂ ਸਾਹਿਬ ਨੇ ਉਹ ਵਿਦਾਵਾ ਜਿਹੜਾ ਸੀ ਘੁੱਟ ਲਿਆ, ਤੇ ਕੋਲ ਖੜਾ ਸੀ ਇੱਕ ਸਿੱਖ, ਉਹਨੇ ਕਿਹਾ ਮਹਾਰਾਜ ਉਹ ਇੰਨਾ ਬੇਵਫਾਈ ਕਰ ਗਏ ਨੇ, ਮੁੱਕਰ ਗਏ ਨੇ ਤੁਹਾਡੇ ਤੋਂ, ਤੇ ਇਹਨਾਂ ਦਾ ਵਿਦਾਵਾ ਗੁਰੂ ਸਾਹਿਬ ਨੇ ਆਪਣੀ ਕਮਰ ਕੱਸੇ ਵਿੱਚ ਪਾ ਲਿਆ। ਕਹਿੰਦੇ ਇਹਨੂੰ ਪਾੜ ਕੇ ਵਗਾਓ, ਪਰ ਤੁਸੀਂ ਹੱਥ ਵਿੱਚ ਘੁੱਟਿਆ। सतगुरु कहते ने दया सिंघा मैं ये विदावा नहीं घुटिया, मैं विदावा लिखण वालियां नूं घुट लिया अपने हत्थ दे विच। महाराज ये किवें? कहते मैं इन्हां दी उडीक करांगा, वापस जरूर आउणगे। वो चले गए, किला छड्डिया। इन्ने जंग हुंदे ने, साहिबजादियां दीयां शहीदियां हुंदियां ने, चमकौर साहिब दे विच सिखां दीयां शहीदियां हुंदियां ने। छोटे साहिबजादियां दी 3 दिन, अज का दिन इनू उत्थे सभा शब्द वरत्या जाता है, सभा लगती सी। अज 11 पवे मेरे ख्याल अज पहली सभा है, अज पहला दिन है ठंडे बुरज दे विच, कल नूं दूजी सभा, परसों की शहीदी है। तो उत्थे साध संगत जी इन्ना उन्होंने पहला लालच भी दिते, फिर डराउण की भी कोशिश की, फिर इत्थों तक भी इतिहास दे विच लिखिया होया है कि साहिबजादियां दे छोटियां दे पिछे हथ बन दिते गए।
ਹੱਥ ਪਿੱਛੇ ਕਰਕੇ ਰੱਸੀਆਂ ਨਾਲ ਬੰਨ੍ਹ ਦਿੱਤੇ। ਮਾਤਾ ਜੀ ਉੱਤੋਂ ਬੁਰਜ ਤੋਂ ਬਹਿੰਦੇ ਨੇ, ਮਾਤਾ ਗੁਜਰ ਕੌਰ, ਤੇ ਉਹਨਾਂ ਦੇ ਹੱਥ ਪਿੱਛੇ ਬੰਨ੍ਹ ਕੇ, ਰੁੱਖ ਦੇ ਨਾਲ ਬੰਨ੍ਹ ਕੇ, ਤੇ ਜਿਹੜੇ ਗੁਲੇਲੇ ਹੁੰਦੇ ਨਾ, ਗੁਲੇਲ, ਉਹਦੇ ਵਿੱਚ ਪੱਕੇ ਰੋੜੇ ਪਾ ਕੇ ਤੇ ਸਾਹਿਬਜ਼ਾਦਿਆਂ ਦੇ ਮੂੰਹ ਦੇ ਉੱਤੇ ਮਾਰੇ ਗਏ। ਇਹ ਇਤਿਹਾਸ ਦੇ ਵਿੱਚ ਲਿਖਿਆ ਹੈ। ਇਹ ਤਸ਼ੱਦਦ ਕੀਤਾ ਉਹਨਾਂ ਵੀ ਡੋਲ ਜਾਣ। ਇੰਨਾ ਤਸ਼ੱਦਦ, ਤੇ ਕਹਿੰਦੇ ਨੇ ਇੱਕ ਗਲੇਲਾ, ਕਿਉਂਕਿ ਹੱਥ ਤੇ ਪਿੱਛੇ ਸਨ ਨਾ, ਬੰਦੇ ਦੇ ਹੱਥ ਖੁੱਲੇ ਹੋਣ ਤੇ ਕੋਈ ਚੀਜ਼ ਸਾਹਮਣੇ ਆਵੇ ਤੇ ਅੱਗੇ ਹੱਥ ਕਰ ਲੈਂਦਾ ਹੈ। ਤੇ ਸਭ ਤੋਂ ਜ਼ਿਆਦਾ ਜਿਹੜੀ ਅੱਖ ਹੈ, ਜਿਹੜੀ ਇਹ ਨਰਮ ਹੁੰਦੀ ਹੈ, ਬੰਦਾ ਆਪਣੀ ਅੱਖ ਬਚਾਉਂਦਾ ਹੈ। ਇੱਕ ਗਲੇਲਾ ਬਾਬੇ ਫਤਿਹ ਸਿੰਘ ਦੀ ਅੱਖ ਵਿੱਚ ਵੱਜ ਗਿਆ। ਜਦੋਂ ਅੱਖ ਵਿੱਚ ਵੱਜਾ, ਅੱਖ ਵਿੱਚੋਂ ਖੂਨ ਨਿਕਲਣ ਲੱਗ ਪਿਆ। ਤੇ ਹੈ ਤੇ ਸਰੀਰ ਹੀ ਸੀ ਨਾ, ਆਖਰ ਸਾਹਿਬਜ਼ਾਦੇ ਸਨ ਗੁਰੂ ਕੇ। ਤੇ ਬਾਬਾ ਫਤਿਹ ਸਿੰਘ ਜੀ ਜ਼ੋਰ ਲਾਉਂਦੇ ਨੇ, ਹੱਥ ਖਿੱਚਦੇ ਨੇ ਵੀ ਹੱਥ ਮੇਰਾ ਖਿੱਚਿਆ ਜਾਏ ਤੇ ਮੈਂ ਆਪਣੀ ਅੱਖ ਪੂੰਝ ਲਵਾਂ, ਤੇ ਅੱਖ ਵੀ ਨਹੀਂ ਪੂੰਝੀ ਜਾਂਦੀ। ਜਦੋਂ ਵੇਖਿਆ ਨਾ, ਇਹਨਾਂ ਬੇਜ਼ਾਰ ਹੋਏ ਨੇ, ਅੱਖ ਵਿੱਚੋਂ ਖੂਨ ਵਗ ਰਿਹਾ, ਮੂੰਹ ਤੇ ਗਲੇਲੇ ਵੱਜੇ ਹੋਏ ਨੇ। ਫਿਰ ਉਹ ਦੁਸ਼ਟ ਜਿਹੜੇ ਨੇ, ਸੁੱਚਾਨੰਦ, ਕਹਿੰਦੇ ਹੁਣ ਤਾਂ ਮੰਨ ਜਾਓ, ਇਸਲਾਮ ਕਬੂਲ ਹੈ। ਤੇ ਬੋਲਿਆ ਤੇ ਜਾਂਦਾ ਨਹੀਂ, ਇੰਨੇ ਗਲੇਲੇ ਵੱਜੇ ਸਨ। ਬਾਬਾ ਫਤਿਹ ਸਿੰਘ ਮੂੰਹ ਹਿਲਾ ਕੇ ਇਸ ਤਰ੍ਹਾਂ ਕਰ ਦਿੰਦੇ, ਨਹੀਂ। ਇਸ ਕਰਕੇ ਇਹ ਸਾਕੇ ਬਹੁਤ ਵੱਡੇ, ਭਾਵੇਂ ਜਿੰਦਾ ਛੋਟੀਆਂ, ਤਾਂ ਹੀ ਲਿਖਿਆ ਆਉਂਦਾ ਆਮ ਥਾਂ ਤੇ, ਜਿੰਦਾ ਛੋਟੀਆਂ ਵੱਡੇ ਸਾਕੇ। ਮੂੰਹ ਨਾਲ ਹੀ ਨਾ ਕਰ ਦਿੱਤੀ। ਉਹੀ ਦ੍ਰਿੜਤਾ ਹੈ ਅੱਜ ਜਿਹੜੀ ਖਾਲਸੇ ਦੇ ਵਿੱਚ, ਸਿੱਖ ਕੌਮ ਦੇ ਵਿੱਚ ਅੱਜ ਵੀ ਦ੍ਰਿੜਤਾ ਹੈ। ਇੰਨੀ ਮਾਰ ਪਈ ਹੈ, ਇੰਨਾ ਕੁਝ ਹੋਇਆ ਹੈ। ਪਿਛਲੇ 30 ਸਾਲਾਂ ਦੇ ਵਿੱਚ ਮਾਰਨ ਵਾਲਿਆਂ ਨੇ 1984 ਤੋਂ ਲੈ ਕੇ ਸੋਚਿਆ ਸੀ ਵੀ ਇਹ 200 ਸਾਲ ਉੱਠਦੇ ਨਹੀਂ ਪਲਟ ਕੇ। ਤੇ ਸਾਧ ਸੰਗਤ ਜੀ 20-30 ਸਾਲਾਂ ਦੇ ਵਿੱਚ, ਆ ਪਿੱਛੇ ਜੇ ਵੀ ਕਹਿੰਦੇ ਸੀ ਪੰਜਾਬ ਖਤਮ ਹੋ ਗਿਆ ਨਸ਼ਿਆਂ ਦੇ ਨਾਲ, ਪੰਜਾਬ ਖਤਮ ਹੋ ਗਿਆ ਨਸ਼ਿਆਂ ਦੇ ਨਾਲ। ਤੇ ਆ ਜਿਹੜਾ ਹੁਣ ਦਿੱਲੀ ਜਾ ਕੇ ਮੱਲੀ ਹੋਈ ਹੈ, ਇਹਨੇ ਉਹ ਵੀ ਅੱਖਾਂ ਖੋਲ ਦਿੱਤੀਆਂ ਨੇ, ਖਤਮ ਨਹੀਂ ਹੋਇਆ। ਇਹ ਤਾਂ ਬਾਹਰੋਂ ਹਵਾ ਚੱਲੀ ਇੱਕ ਪਦਿਤ ਪੁਣੇ ਦੀ, ਸਮਾਂ ਪਾ ਕੇ ਇਹ ਵੀ ਖਤਮ ਹੋ ਜਾਣਾ। ਉਹ ਜ਼ੂਰਤ ਤੋਂ ਤਾਕਤ ਉਸੇ ਤਰ੍ਹਾਂ ਹੀ ਹੈ। ਇਹ ਕੋਈ ਸੰਸਾਰਕ ਚੀਜ਼ਾਂ ਨਹੀਂ। ਜੇ ਸੰਸਾਰਕ ਬੰਦੇ ਹੁੰਦੇ ਤੇ ਸਾਧ ਸੰਗਤ ਜੀ ਲੋਕ ਮਾਰ ਪਏ ਤੇ ਖਤਮ ਹੋ ਜਾਂਦੀਆਂ ਨੇ ਕੌਮਾਂ। ਇਹ ਗੁਰੂ ਸਾਹਿਬ ਵੱਲੋਂ ਦਿੱਤੀ ਹੋਈ ਜਿਹੜੀ ਕੁਰਬਾਨੀਆਂ ਹਨ, ਜਿਹੜੀ ਉਹਨਾਂ ਵੱਲੋਂ ਉਪਦੇਸ਼ ਹੈ, ਉਹਦੇ ਕਰਕੇ ਇਹ ਸਾਰਾ ਕੁਝ ਹੋ ਰਿਹਾ ਹੈ। ਸੋ ਇਸ ਤਰ੍ਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਵੀ ਚਿਣਿਆ ਗਿਆ। ਫਿਰ ਸਾਧ ਸੰਗਤ ਜੀ ਨੀਂਹ ਜਿਹੜੀ ਸੀ, ਕੰਧ, ਇਹ ਹਿੱਲ ਗਈ, ਕੰਧ ਡਿੱਗ ਪਈ, ਸਾਹਿਬਜ਼ਾਦੇ ਬੇਹੋਸ਼ ਹੋ ਗਏ। ਫਿਰ ਉਹਨਾਂ ਨੇ ਆ ਕੇ ਵੇਖਿਆ, ਕਹਿੰਦੇ ਅਜੇ ਤੇ ਸਾਹ ਚੱਲਦਾ। ਫਿਰ 2 ਜਿਹੜੇ ਜਲਾਦ ਲਿਆਂਦੇ ਗਏ, ਉਹਨਾਂ ਜਲਾਦਾਂ ਨੇ ਕਹਿੰਦੇ ਛੁਰੀਆਂ ਦੇ ਨਾਲ ਗਲੇ ਕੱਟ ਕੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ। ਜਿਹੜੇ ਇਤਿਹਾਸ ਨੇ, ਕਈ ਤਰ੍ਹਾਂ ਦੇ ਇਤਿਹਾਸ ਲਿਖੇ ਹੋਏ ਨੇ। ਤੇ ਮਾਤਾ ਜੀ ਨੇ ਸਾਰਾ ਕੁਝ ਵੇਖ ਕੇ ਆਪਣਾ ਸਰੀਰ ਤਿਆਗ ਦਿੱਤਾ। ਫਿਰ ਉੱਥੇ ਜਿਹੜਾ ਇੱਕ ਅਣਗੌਲਿਆ ਸ਼ਹੀਦ ਬਾਬਾ ਮੋਤੀ ਲਾਲ ਜੀ, ਜਿਨ੍ਹਾਂ ਨੇ ਲਾਲਾ ਨੂੰ ਦੁੱਧ ਪਿਆਇਆ ਸੀ, ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਂਦੇ ਰਹੇ, ਉਹਦਾ ਪਤਾ ਲੱਗ ਗਿਆ। ਉਹਨਾਂ ਦਾ ਸਾਰਾ ਪਰਿਵਾਰ, ਛੋਟੇ ਬੱਚੇ ਪਰਿਵਾਰ, ਸਾਰਾ ਪਰਿਵਾਰ ਕੋਹਲੂ ਦੇ ਵਿੱਚ ਪੀੜ ਦਿੱਤਾ ਗਿਆ। ਇਹ ਬਾਬਾ ਮੋਤੀ ਲਾਲ ਜੀ ਦੀ ਕੁਰਬਾਨੀ ਹੈ। ਇਹਦੇ ਤੋਂ ਬਾਅਦ ਫਿਰ ਸਾਹਿਬਜ਼ਾਦਿਆਂ ਦੇ ਸਰੀਰ ਬਾਹਰ ਵਗਾਏ ਗਏ। ਇੱਕ ਦੀਵਾਨ ਟੋਡਰ ਮੱਲ ਸੀ, ਉਹਨਾਂ ਨੇ ਕਿਹਾ ਵੀ ਅਸੀਂ ਸੰਸਕਾਰ ਕਰਨਾ ਚਾਹੁੰਦੇ ਹਾਂ। ਪਰ ਉਹ ਦੀਵਾਨ ਜਿਹੜਾ ਨਵਾਬ ਇਹ ਸੁੱਚਾਨੰਦ ਸੀ ਤੇ ਇਹਦਾ ਜਿਹੜਾ ਵਜੀਦ ਖਾਨ ਸੀ, ਇਹਨਾਂ ਨੇ ਕਿਹਾ ਵੀ ਜੇ ਕਿਸੇ ਨੇ ਸੰਸਕਾਰ ਕਰਨਾ ਹੈ ਤੇ ਜ਼ਮੀਨ ਉਨੀਆਂ ਮੋਹਰਾਂ ਵਿਛਾ ਕੇ ਉਨੀ ਜ਼ਮੀਨ ਖਰੀਦੋ, ਉੱਥੇ ਇਹਨਾਂ ਦੇ ਸੰਸਕਾਰ ਕੀਤੇ ਜਾ ਸਕਦੇ। ਇਹ ਅਮੀਰ ਸੀ ਦੀਵਾਨ ਟੋਡਰ ਮੱਲ। ਇਹਨੇ ਮੋਹਰਾਂ ਲਿਆਂਦੀਆਂ ਤੇ ਥਾਂ ਜੋਤੀ ਸਰੂਪ ਸਾਹਿਬ ਵਾਲੀ ਥਾਂ, ਉਨੀ ਜਿੰਨੇ ਤੇ 3 ਸਰੀਰ ਪੈਂਦੇ ਸਨ, ਉੱਥੇ ਜਦੋਂ ਵਿਛਾਈਆਂ ਤੇ ਲਾਲਚੀ ਹੋ ਗਿਆ। ਕਹਿੰਦੇ ਅਸੀਂ ਇਸ ਤਰ੍ਹਾਂ ਨਹੀਂ ਦੇਣਾ ਥਾਂ,
ਮੋਹਰਾਂ ਖੜੀਆਂ ਕਰੋ। ਸਾਧ ਸੰਗਤ ਜੀ, ਇਹ ਗੁਰੂ ਐਸਾ ਹੈ ਜਿਹੜਾ ਦੀਨ ਦੁਨੀਆ ਦੇ ਪਾਤਸ਼ਾਹ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਹੜੇ ਸਾਡੇ ਵਾਸਤੇ ਸੁੱਖ ਮੰਗਦੇ ਨੇ ਕਿ ਸਿੱਖ ਨੂੰ ਜੇ ਦੁੱਖ ਹੋਵੇ ਤਾਂ ਮੈਨੂੰ ਦੁੱਖ ਲੱਗਦਾ ਹੈ। ਉਸ ਗੁਰੂ ਨੂੰ ਜੋ ਚਾਹੇ ਕਰ ਸਕਦੇ ਸਨ, ਪਰ ਆਪਣੇ ਬੱਚਿਆਂ ਵਾਸਤੇ ਸੰਸਕਾਰ ਕਰਨ ਵਾਸਤੇ ਜ਼ਮੀਨ ਵੀ ਨਹੀਂ ਮਿਲਦੀ ਇਸ ਪੰਜਾਬ ਦੀ ਧਰਤੀ। ਉੱਥੇ ਸੰਸਕਾਰ ਕੀਤਾ ਤਿੰਨਾਂ ਸਰੀਰਾਂ ਦਾ। ਮੈਂ ਕਈ ਵਾਰੀ ਸੋਚਣਾ ਕਿ ਸਾਧ ਸੰਗਤ ਜੀ, ਕਿਸੇ ਇੱਕ ਉਦਾਹਰਨ ਦੇਣ ਲੱਗਾ ਵੀ ਕਿਸੇ ਜੀਵ ਦਾ ਬੱਚਾ, ਹਾਥੀ ਦਾ ਬੱਚਾ ਕਿਤੇ ਚੜ੍ਹਾਈ ਕਰ ਜਾ ਨਾ ਛੋਟਾ ਜਿਹਾ, ਉਹ ਕਿੰਨਾ ਚਿਰ ਉਸ ਪਿੰਜਰ ਵਾਲਾ ਜਿਹੜਾ ਉੱਥੇ ਪਿੰਜਰ ਹੱਡੀਆਂ ਪਈਆਂ ਹੁੰਦੀਆਂ ਨੇ, ਹਾਥੀ ਉੱਥੇ ਆ ਕੇ ਹੱਥ ਨਹੀਂ ਬੈਠੀ ਰਹਿੰਦੀ, ਕਈ ਮਹੀਨੇ ਉੱਥੋਂ ਜਾਂਦੀ ਨਹੀਂ ਮੋਹ ਦੇ ਵਿੱਚ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗਾ ਸੀ ਨਾ ਰਾਏਕੋਟ ਦੀ ਧਰਤੀ ਤੇ ਵੀ ਸਾਹਿਬਜ਼ਾਦੇ ਇਸ ਤਰ੍ਹਾਂ ਸ਼ਹੀਦ ਕੀਤੇ ਨੇ ਤੇ ਛੋਟੇ ਲਾਲ, ਤਾਂ ਮੈਂ ਸੋਚਣਾ ਵੀ ਮੋਹ ਤਾਂ ਕਹਿੰਦੇ ਵੀ ਚਲੋ ਉਹ ਸ਼ਹੀਦ ਤਾਂ ਹੋ ਗਿਆ, ਪਰ ਸੰਸਕਾਰ ਦਾ ਵੀ ਪਤਾ ਲੱਗ ਗਿਆ ਕੀਤਾ ਹੈ। ਤੇ ਗੁਰੂ ਸਾਹਿਬ ਚਾਹੁੰਦੇ ਤੇ ਘੋੜਾ ਉਦੋਂ ਹੈ ਸੀ ਵੀ ਘੋੜੇ ਦੀ ਸਵਾਰੀ ਕਰਕੇ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਆ ਸਕਦੇ ਸੀ। ਵੀ ਜੇ ਇਹ ਮਨ ਵਿੱਚ ਹੁੰਦਾ ਵੀ ਚਲੋ ਇੱਕ ਵਾਰੀ ਸਾਹਿਬਜ਼ਾਦਿਆਂ ਵਾਲੇ ਉਹ ਥਾਂ ਨੂੰ ਵੇਖ ਆਵਾਂ ਬੱਚਿਆਂ ਨੂੰ ਜਿੱਥੇ ਇਹਨਾਂ ਸੰਸਕਾਰ ਕੀਤਾ, ਪਰ ਨਹੀਂ। ਸਤਿਗੁਰੂ ਦਾ ਕਿੱਡਾ ਵੱਡਾ ਜਿਗਰਾ ਸੀ, ਜਿੱਥੋਂ ਲੰਘੇ ਪਰਤ ਕੇ ਵੇਖਿਆ ਨਹੀਂ ਪਰਿਵਾਰ ਕਿੱਧਰ ਗਿਆ ਕਿੱਧਰ ਨਹੀਂ ਗਿਆ। ਤਾਂ ਹੀ ਕਹਿੰਦੇ ਨੇ ਜਦੋਂ ਚਮਕੌਰ ਦੀ ਗੜੀ ਵਿੱਚੋਂ ਨਿਕਲੇ ਤੇ ਉੱਥੇ ਬਾਬਾ ਅਜੀਤ ਸਿੰਘ ਦਾ ਸਰੀਰ ਪਿਆ ਸੀ, ਤੇ ਉੱਥੇ ਜਦੋਂ ਲੰਘਣ ਲੱਗੇ ਤੇ ਭਾਈ ਦਇਆ ਸਿੰਘ ਪਿੱਛੇ ਆ ਰਹੇ ਸੀ, ਉਹ ਸਰੀਰ ਦੇ ਕੋਲ ਬਹਿ ਗਏ। ਪਿਆਰ ਸੀ ਸਿੱਖ ਦੇ ਵਿੱਚ, ਮਨ ਵਿੱਚ ਆਇਆ, ਸਾਹਿਬਜ਼ਾਦਿਆਂ ਦਾ ਸਰੀਰ ਵੀ ਨਹੀਂ ਸਾਂਭਿਆ ਗਿਆ। ਉਹਨਾਂ ਨੇ ਆਪਣਾ ਕਮਰ ਕਸਾ ਖੋਲ੍ਹਿਆ ਤੇ ਗੁਰੂ ਸਾਹਿਬ ਪਿੱਛੇ ਮੁੜ ਕੇ ਆਵਾਜ਼ ਮਾਰੀ, ਕਹਿੰਦੇ ਅਜੀਤ ਸਿੰਘਾ, ਭਾਈ ਦਇਆ ਸਿੰਘ ਜੀ ਕੀ ਕਰਦੇ ਹੋ ਬੈਠ ਕੇ? ਪਿੱਛੇ ਮੁੜ ਕੇ ਆਏ, ਵੇਖਿਆ ਬਾਬੇ ਦਾ ਸਰੀਰ ਪਿਆ ਹੋਇਆ ਅਜੀਤ ਸਿੰਘ ਪੁੱਤਰ ਦਾ। ਕਹਿੰਦੇ ਕੁਝ ਨਹੀਂ ਮਹਾਰਾਜ, ਮੈਂ ਸੋਚਿਆ ਬਾਬੇ ਅਜੀਤ ਸਿੰਘ ਦੇ ਉੱਤੇ ਆਪਣਾ ਕਮਰ ਕਸਾ ਖੋਲ ਕੇ ਪਾ ਦਿਆ। ਸਤਿਗੁਰੂ ਨੇ ਬਾਂਹ ਫੜ ਕੇ ਭਾਈ ਦਇਆ ਸਿੰਘ ਜੀ ਦੀ ਉਤਾਂ ਖਿੱਚ ਲਿਆ, ਕਹਿੰਦੇ ਉੱਪਰ ਉੱਠ ਦਇਆ ਸਿੰਘਾ, ਇੱਥੇ ਇੱਕ ਮੇਰਾ ਅਜੀਤ ਸਿੰਘ ਨਹੀਂ ਪਿਆ, ਇੱਥੇ 35 ਤੋਂ ਵੱਧ ਪਏ ਹੋਏ ਨੇ ਇੱਥੇ। ਜੇ ਤੇ ਸਾਰਿਆਂ ਜੋਗਾ ਕੱਪੜਾ ਹੈ ਤੇ ਪਾ ਲਿਆ ਅਜੀਤ ਸਿੰਘ ਦੇ ਉੱਤੇ, ਨਹੀਂ ਤੇ ਇਹਦੇ ਉੱਤੇ ਵੀ ਨਾ ਪਾਏ। ਇਹ ਸਰੀਰ ਜਿਹੜੇ ਸਨ ਤਾਂ ਇਸ ਤਰ੍ਹਾਂ ਸ਼ਹੀਦੀਆਂ ਹੋਈਆਂ। ਤੇ ਇੱਕ ਗੱਲ ਕਹਿ ਕੇ ਸਮਾਪਤੀ ਕਰਾਂਗਾ ਵੀ ਸ਼ਹੀਦ ਜਿਹੜਾ ਆਪਾਂ ਕਹਿੰਦੇ ਸ਼ਹੀਦ ਹੋਏ ਨੇ ਲਾਲ, ਤੇ ਸ਼ਹੀਦ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਜ਼ਿੰਦਗੀ ਖਤਮ ਹੋ ਗਈ। ਸ਼ਹੀਦ ਹੋਣ ਦਾ ਮਤਲਬ ਹੁੰਦਾ ਹੈ ਜ਼ਿੰਦਗੀ ਸ਼ੁਰੂ, ਸ਼ਹੀਦੀ ਦੇ ਮਾਰਗ ਦੇ ਉੱਤੇ ਜਨਮ ਹੋ ਗਿਆ ਉਹਨਾਂ ਦਾ। ਇਸ ਲਈ ਲਾਲ ਕਿਤੇ ਗਏ ਨਹੀਂ। ਆ ਪਿੱਛੇ ਜੀ ਇੱਕ ਸਿੰਘ ਨੇ ਉੱਥੇ ਸੁਣਾਇਆ ਵੀ ਕੋਈ ਸਿੰਘ ਸੀ, ਉਹ ਇੱਥੇ ਆਉਂਦਾ ਸੀ ਤੇ ਉੱਥੇ ਜਾਈਏ ਤੇ ਕੁਦਰਤੀ ਮਨ ਜਿਹੜਾ ਉਹਨਾਂ ਦੇ ਪਿਆਰ ਦੇ ਵਿੱਚ ਹਰ ਇੱਕ ਦਾ ਹੀ ਅੱਖਾਂ ਨਮ ਹੋ ਜਾਂਦੀਆਂ ਨੇ। ਉਹ ਕੋਈ ਸਿੰਘ ਸੀ ਨਿਤਨੇਮ ਵੀ, ਉੱਥੇ ਬਾਣੀ ਬੜੇ ਪੜ੍ਹਦੇ ਸਿੰਘ ਆ ਕੇ, ਅਭਿਆਸੀ ਬੜੇ ਨੇ। ਉਹ ਨਿਤਨੇਮ ਕਰਦਾ ਸੀ ਆ ਕੇ ਬੜਾ, ਤੇ ਉਹਦੇ ਮਨ ਵਿੱਚ ਇਹ ਪਿਆਰ ਜਾਗਿਆ ਵੀ ਜੇ ਲਾਲ ਇੱਥੇ ਹੈਣ ਸਾਹਿਬਜ਼ਾਦੇ ਤੇ ਮੈਨੂੰ ਦਰਸ਼ਨ ਦੇਣ। ਉਹ ਬੜਾ ਕਈ ਵਾਰੀ ਰੋਏ ਕਰੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ, ਬੜਾ ਰੋਏ ਕਰੇ, ਪਰ ਉਹਨਾਂ ਦੀ ਅਵਸਥਾ ਇੰਨੀ ਉੱਚੀ ਹੈ, ਸਾਡੀਆਂ ਅੱਖਾਂ ਛੋਟੀਆਂ ਨੇ। ਚਾਹੁੰਦਾ ਤੇ ਹਰ ਕੋਈ ਹੈ, ਪਰ ਆਪਣੇ ਕੋਲੋਂ ਅੱਖ ਹੀ ਨਹੀਂ। ਉਹ ਬਹੁਤ ਰੋਏ ਕਰੇ ਸਿੰਘ ਪਾਠ ਕਰਕੇ ਵੀ ਮੈਨੂੰ ਇੱਕ ਵਾਰੀ ਦਰਸ਼ਨ ਦਿਓ। ਇੱਕ ਵਾਰੀ ਉਹ ਇਸ ਤਰ੍ਹਾਂ ਕਰਦਾ ਕਰਦਾ ਜੋਤੀ ਸਰੂਪ ਸਾਹਿਬ ਗੁਰਦੁਆਰੇ ਦੇ ਅੱਗੋਂ ਜਿਹੜੀ ਸੜਕ ਜਾਂਦੀ ਹੈ ਨਾ ਚੰਡੀਗੜ੍ਹ ਵਾਲੇ ਪਾਸੇ ਨੂੰ, ਇੱਧਰ ਤੁਰਿਆ ਜਾ ਰਿਹਾ ਸੀ ਤੇ ਵਾਪਸ ਆ ਰਿਹਾ ਸੀ, ਤੇ ਟਰੈਕਟਰ ਸੀ ਉਹਦੇ ਕੋਲ, ਟਰੈਕਟਰ ਤੇ ਜਾ ਰਿਹਾ ਸੀ। ਟਰੈਕਟਰ ਤੇ ਜਦੋਂ ਵਾਪਸ ਆਇਆ ਆਪਣੇ ਪਿੰਡੋਂ, ਤੇ ਦੋ ਇਸ ਤਰ੍ਹਾਂ ਸਿੱਧੇ ਜਿਹੇ ਬੱਚੇ ਇਸ ਉਮਰ ਦੇ ਸਾਦੇ ਜਿਹੇ ਕੱਪੜੇ ਪਾਏ, ਉਹਨਾਂ ਨੇ ਅੱਗੇ ਹੱਥ ਕਰ ਦਿੱਤਾ ਜਿਵੇਂ ਬਿਲਕੁਲ ਸ਼ਾਮ ਦਾ ਟਾਈਮ ਸੀ। ਉਹਨੇ ਟਰੈਕਟਰ ਰੋਕ ਲਿਆ ਵੀ ਬੱਚੇ ਅੱਗੇ ਆ ਕੇ ਖਲੋ ਗਏ।
ਤਾਂ ਜਦੋਂ ਨੇੜੇ ਆਏ ਨਾ ਟਰੈਕਟਰ ਤੇ ਕਹਿੰਦੇ ਸਾਨੂੰ ਵੀ ਚੜ੍ਹਾ ਲੈ, ਕਿੱਥੇ ਚੱਲਾਂ ਹੈ। ਹੁਣ ਉਹਨੂੰ ਖਿਆਲ ਨਹੀਂ ਸੀ ਉਦੋਂ ਵੀ ਮੈਂ ਕਿਹਨਾਂ ਨੂੰ ਯਾਦ ਕਰਨਾ, ਸਾਨੂੰ ਵੀ ਚੜ੍ਹਾ ਲੈ। ਉਹ ਕਹਿੰਦਾ ਤੁਸੀਂ ਇੱਥੇ ਕਿੱਥੇ ਤੁਰੇ ਫਿਰਦੇ ਹੋ, ਕਿਹਨਾਂ ਦੇ ਬੱਚੇ ਹੋ, ਜਾਓ ਆਪਣੇ ਘਰ ਜਾਓ, ਭੱਜੋ। ਪਤਾ ਨਹੀਂ ਲੱਗਾ, ਜਾਓ ਆਪਣੇ ਘਰ ਜਾਓ, ਹਨੇਰਾ ਹੋ ਗਿਆ। ਕਹਿੰਦੇ ਉਸੇ ਵੇਲੇ ਅੱਖਾਂ ਤੋਂ ਓਹਲੇ ਹੋ ਗਏ। ਬਸ ਇੰਨਾ ਸ਼ਬਦ ਕਿਹਾ, ਕਹਿੰਦੇ ਇੰਨਾ ਚਿਰ ਹੋ ਗਿਆ ਤੈਨੂੰ ਰੋਂਦਿਆਂ ਨੂੰ, ਦਰਸ਼ਨ ਨਹੀਂ ਦਿੰਦੇ, ਅੱਜ ਆਏ ਸੀ ਤੇ ਅੱਜ ਕਹਿੰਦਾ ਜਾਓ ਆਪਣੇ ਘਰ ਭੱਜੋ। ਇਸ ਲਈ ਲਾਲ ਕਦੀ ਸ਼ਹੀਦ ਜਿਹੜੇ ਨਾ ਇਹ ਸਦਾ ਰਹਿੰਦੇ ਨੇ, ਸਦਾ। ਹਾਂ, ਉਹਨਾਂ ਦੇ ਨਕਸ਼ੇ ਕਦਮ ਤੇ ਗੁਰੂ ਕੀ ਬਾਣੀ ਤੇ ਚੱਲ ਕੇ ਜੇ ਜੀਵਨ ਸਫਲ ਕਰੀਏ ਤਾਂ ਜੀਵਨ ਸਫਲ ਹੁੰਦਾ। ਆਓ ਉਹਨਾਂ ਦੀ ਯਾਦ ਦੇ ਵਿੱਚ 2 ਮਿੰਟ ਸਿਮਰਨ ਕਰਕੇ ਸਮਾਪਤੀ ਕਰੀਏ। ਵਾਹਿਗੁਰੂ 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 ਵਿਚਾਰਾਂ ਕਰਦਿਆਂ ਤੋਂ ਹੋਈਆਂ ਬਹੁਤ ਸਾਰੀਆਂ ਭੁੱਲਾਂ ਦੀ ਖਿਮਾ ਕਰਨੀ। ਸਮੂਹ ਸੰਗਤ ਦਾ ਧੰਨਵਾਦ। ਸਤਿਗੁਰੂ ਜੀ ਦਾ ਸ਼ੁਕਰਾਨਾ। ਕਾਰਯੋਗ ਗਿਆਨੀ ਹਰਜੀਤ ਸਿੰਘ ਜੀ ਜਿਨ੍ਹਾਂ ਨੇ ਹੁਕਮ ਕੀਤਾ ਸੀ ਆਪ ਸੰਗਤ ਦੇ ਦਰਸ਼ਨ ਕਰਨ ਵਾਸਤੇ, ਧੰਨਵਾਦ ਹੈ। ਸੋ ਇਸੇ ਤਰ੍ਹਾਂ ਬਾਣੀ ਬਾਣੇ ਨਾਲ ਜੁੜੀਏ। ਜਿਨ੍ਹਾਂ ਨੂੰ ਕੋਰਸ ਚਾਹੀਦਾ ਬਾਅਦ ਵਿੱਚ ਸਿੰਘਾਂ ਨੂੰ ਮਿਲ ਕੇ ਲੈ ਸਕਦੇ ਹਨ ਔਰ ਅੱਗੇ ਪ੍ਰਚਾਰ ਕਰਨ ਵਿੱਚ ਉਹਨਾਂ ਨੂੰ ਸੌਖ ਹੋ ਸਕਦੀ ਹੈ। ਜ਼ਰੂਰ 1-2 ਸਿੰਘ ਯਤਨ ਕਰੋ ਕਿ ਨਗਰ ਦੇ ਵਿੱਚ
ਸਤਿਗੁਰੂ ਜੀ ਦੀ ਬਾਣੀ ਦਾ ਜਿਹੜਾ ਪ੍ਰਵਾਹ ਹੈ ਉਹ ਚੱਲ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ